सिमरो अंगद दोख निकंदन अमर दास गुर हृदय ध्यान श्री गुर रामदास गुण गावो श्री अर्जन विघ्नन के नाशक विघ्नन के नाशक हर गोविंद सुख समत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम गिरपाला श्री गुरु गोविंद सिंह विशाला तरो तरा पार पुन पुन सीसा पुन पुन सीसा बंदो बार बार जगदीशा बंदो बार बार जगदीशा जिसमें अमृत ज्ञान है मानक भगत विराग गुरु ग्रंथ साहिब उदद बंदो करे अनुराग कहाँ बुध प्रभ दोष हमारी बरन सकै महिमा जो तिहारी हम ना सकत तर सिफत तुम्हारी आप देहो तुम कथा सुधारी। सतनाम श्री वाहिगुरु साहिब जीओ। भुजंग छंद नमो दीन दयालं न आदं न अंतं आगाधं आबाधं रचे सर्व जंतं नमो दीन दयालं न आदं न अंतं। वाहिगुरु जी का खालसा वाहिगुरु जी की फतेह। सतगुरु जी ने अपार बख्शिश कृपा की है जो दीन दुनी के बालक साहिब श्री गुरु नानक देव जी महाराज ਅਤੇ ਛੇਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੀ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਜੀ ਵਿਖੇ ਸੰਧਿਆ ਦੇ ਦੀਵਾਨ ਦੀ ਆਰੰਭਤਾ ਹੋਈ ਹੈ ਜੋ ਇਸ ਅਸਥਾਨ ਦੀ ਪਾਵਨ ਮਰਿਆਦਾ ਹੈ ਕਿ ਸੰਧਿਆ ਦੇ ਦੀਵਾਨ ਸਮੇਂ ਆਰੰਭਤਾ ਦੇ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਵਿਚਾਰ ਹੁੰਦੀ ਹੈ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਤੋਂ ਪਹਿਲਾਂ ਅਸੀਂ ਸਰਵਣ ਕਰ ਚੁੱਕੇ ਹਾਂ ਕਿ ਜਿਸ ਵਕਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਇਹ ਮਾਈ ਦਾਸ ਵੈਸ਼ਨਵ ਆਇਆ ਜਿਸ ਨੂੰ ਕਿ ਆਪਣੇ ਆਪ ਦਾ ਬੜਾ ਹੰਕਾਰ ਸੀ ਬੜਾ ਮਾਣ ਸੀ। ਇਸੇ ਮਾਨ ਦੇ ਕਰਕੇ ਜਿਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਆਇਆ ਸਤਿਗੁਰੂ ਜੀ ਦੇ ਦਰ ਦੀ ਮਰਿਆਦਾ ਸੀ ਕਿ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆਵੇ ਨਾ ਪਹਿਲੇ ਪੰਗਤ ਪਾਤਸ਼ਾਹ ਸੰਗਤ ਪਹਿਲਾਂ ਪੰਗਤ ਵਿੱਚ ਬੈਠ ਕੇ ਗੁਰੂ ਦਾ ਲੰਗਰ ਛਕੇ ਫਿਰ ਸਾਡੇ ਦੀਦਾਰ ਹੋਵੇ। ਪਰ ਜਿਸ ਵੇਲੇ ਇਹ ਮਾਈ ਦਾਸ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਇਆ ਆਪਣੇ ਆਪ ਨੂੰ ਸ੍ਰੇਸ਼ਟ ਗੁਣ ਦਾ ਜਾਣ ਕੇ ਆਪਣੇ ਆਪ ਨੂੰ ਉੱਚੀ ਗੁਣ ਦਾ ਜਾਣ ਕੇ ਜਦੋਂ ਪੰਗਤ ਵਿੱਚ ਬੈਠ ਕੇ ਗੁਰੂ ਦਾ ਲੰਗਰ ਛਕਣ ਦਾ ਸਮਾਂ ਆਇਆ ਤੇ ਸਾਧ ਸੰਗਤ ਜੀ ਇਸ ਨੇ ਗੁਰੂ ਦਾ ਲੰਗਰ ਛਕਿਆ ਹੀ ਜੇ ਗੁਰੂ ਦਾ ਲੰਗਰ ਨਹੀਂ ਛਕਿਆ ਤੇ ਸਤਿਗੁਰੂ ਜੀ ਦੇ ਦਰ ਦੀ ਮਰਿਆਦਾ ਹੈ ਜਿਹੜਾ ਲੰਗਰ ਨਹੀਂ ਨਾ ਛਕੇਗਾ ਉਸ ਨੂੰ ਸਾਡੇ ਦੀਦਾਰ ਵੀ ਨਹੀਂ ਹੋਣਗੇ। ਸੋ ਇਸ ਕਾਰਨ ਇਹ ਸਤਿਗੁਰੂ ਜੀ ਦੇ ਦੀਦਾਰ ਵੀ ਨਾ ਕਰ ਸਕੇ। ਪਰ ਜਿਸ ਵੇਲੇ ਹੁਣ ਘਰੇ ਪਹੁੰਚਦਾ ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਵਡਿਆਈ ਇਸ ਨੂੰ ਪਤਾ ਲੱਗਦੀ ਹੈ ਫਿਰ ਆਪਣੇ ਕੀਤੇ ਹੋਏ ਕੰਮ ਦੇ ਬਾਰੇ ਸੋਚ ਕੇ ਝੁਕਦਾ ਹੈ ਕਿ ਮੈਂ ਬੜੀ ਵੱਡੀ ਗਲਤੀ ਕੀਤੀ
ਮੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਸਾਧ ਸੰਗਤ ਜੀ, ਉਸ ਵੇਲੇ ਜਦੋਂ ਹੁਣ ਭਾਗ ਜਾ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਇਹ ਮਾਈ ਦਾਸ ਦੂਸਰੀ ਵਾਰ ਪਹੁੰਚਦਾ, ਜਿਸ ਵਕਤ ਪਹੁੰਚਦਾ ਹੁਣ ਹਿਰਦੇ ਦੇ ਵਿੱਚ ਬੜੀ ਭਾਵਨਾ ਹੈ। ਸਤਿਗੁਰੂ ਜੀ ਦੇ ਚਰਨਾਂ ਦਾ ਬੜਾ ਹੀ ਪ੍ਰੇਮ ਹੈ ਇਸ ਦੇ। ਜਿਸ ਵੇਲੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਆਇਆ, ਆ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ। ਫਿਰ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਸਤਿਗੁਰੂ ਜੀ ਕਿਰਪਾ ਕਰਕੇ ਮੈਨੂੰ ਮੁਆਫ ਕਰਿਓ, ਮੈਂ ਆਪ ਜੀ ਦੇ ਇਹਨਾਂ ਗੁਣਾਂ ਨੂੰ ਜਾਣ ਨਹੀਂ ਸਕਿਆ। ਸਤਿਗੁਰੂ ਜੀ, ਮੈਂ ਆਪ ਜੀ ਦੇ ਦਰਸ਼ਨ ਕਰਨ ਨਹੀਂ ਆਇਆ, ਪਰ ਮੈਂ ਭਾਗਹੀਣ ਕਰਕੇ ਆਪ ਜੀ ਦੇ ਦਰਸ਼ਨ ਵੀ ਨਹੀਂ ਕਰ ਸਕਿਆ। ਸਾਧ ਸੰਗਤ ਜੀ, ਹੁਣ ਜਿਸ ਵੇਲੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਇਹ ਸਜਿਆ ਹੋਇਆ, ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪ੍ਰਤਾਪ ਨੂੰ ਵੇਖਦੇ ਹੋਏ ਹੁਣ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਇਸ ਨੇ ਸਤਿਗੁਰੂ ਜੀ ਦੇ ਗੁਣਾਂ ਦੇ ਬਾਰੇ ਕਿਹਾ ਕਿ ਸਤਿਗੁਰੂ ਜੀ ਆਪ ਦੇ ਐਸੇ ਦੀਨ ਦਿਆਲੂ ਹੋ। ਕਵੀ ਜੀ ਨੇ ਉਸ ਨੂੰ ਭਜਨ ਪ੍ਰਿਆਦ ਸੰਤ ਦੇ ਵਿੱਚ ਬੜਾ ਸੁੰਦਰ ਬਿਆਨ ਕੀਤਾ ਹੈ। ਇੱਥੋਂ ਹੀ ਅੱਜ ਦੇ ਪ੍ਰਸੰਗ ਦੀ ਅਰੰਭਤਾ ਹੋ ਰਹੀ ਹੈ। ਆਓ ਮਨੋਂ ਵਿਅਕਤੀਆਂ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲਗਾਈਏ, ਪ੍ਰੇਮ ਸਤਿਕਰਤਾ ਵਿਚਾਰ ਨਾਲ ਜੁੜਨਾ ਕਰੀਏ। ਅਰੰਭਤਾ ਸਮੇਂ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ, ਪ੍ਰੇਮ ਸਤ ਕਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮੋ ਦੀਨ ਦਿਆਲੰ ਨਾ ਆਦੰ ਨਾ ਅੰਤੰ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਕਹਿਣ ਲੱਗਾ, ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਉੱਤੇ ਸਦਾ ਹੀ ਨਮਸਕਾਰ ਹੈ। ਸਤਿਗੁਰੂ ਜੀ ਆਪ ਦੀਨ ਦਿਆਲੂ ਹੋ। ਦੀਨ ਕਹਿੰਦੇ ਨੇ ਗਰੀਬ ਨੂੰ, ਤੇ ਦਿਆਲੂ ਕਹਿੰਦੇ ਨੇ ਦਇਆ ਕਰਨ ਵਾਲੇ। ਸਤਿਗੁਰੂ ਜੀ ਨਾ ਆਦਿ ਨਾ ਅੰਤ, ਆਪ ਜੀ ਦੇ ਗੁਣਾਂ ਦਾ ਨਾ ਤੇ ਕੋਈ ਯਾਦ ਹੈ ਤੇ ਨਾ ਹੀ ਕੋਈ ਅੰਤ ਹੈ। ਪਾਪ ਆਪ ਜੀ ਦੇ ਗੁਣ ਪੂਰਨ ਤੌਰ ਤੇ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਆਕਾਦੰ ਆਬਾਦੰ ਰਚੇ ਸਰਬ ਜੰਤੰ। ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਦਾ, ਸਤਿਗੁਰੂ ਜੀ ਜਿਸ ਤਰ੍ਹਾਂ ਇੱਕ ਸਮੁੰਦਰ ਵਿਸ਼ਾਲ ਹੁੰਦਾ ਹੈ ਨਾ, ਇੱਕ ਲੂਣ ਦਾ ਇੱਕ ਨਮਕ ਦਾ ਡਰਾ ਕਦੇ ਕਿ ਮੈਂ ਸਮੁੰਦਰ ਦੀ ਗਹਿਰਾਈ ਮਾਪਣੀ ਨੂੰ ਕਿੰਨਾ ਕੁ ਡੂੰਘਾ ਤੇ ਕਦੇ ਵੀ ਨਹੀਂ ਮਾਪ ਸਕੇਗਾ। ਸਤਿਗੁਰੂ ਜੀ ਇਸੇ ਤਰ੍ਹਾਂ ਆਪ ਗੁਣਾਂ ਦੇ ਸਮੁੰਦਰ ਹੋ। ਸਤਿਗੁਰੂ ਜੀ ਆਪ ਇਹ ਰਜੇ ਸਰਬ ਜੰਤਨ, ਆਪ ਇਸ ਸੰਸਾਰ ਦੀਆਂ ਜੀਵਾਂ ਨੂੰ ਪੈਦਾ ਕਰਨ ਵਾਲੇ ਹੋ। ਤੁਹੀ ਲੋਕ 14 ਰਚੇ ਧਾਰ ਲੀਲਾ। ਸਤਿਗੁਰੂ ਜੀ ਆਪ ਹੀ 14 ਲੋਕਾਂ ਦੇ ਵਿੱਚ ਵਰਤਣ ਵਾਲੇ ਹੋ। ਸਤਿਗੁਰੂ ਜੀ ਸਾਰੇ ਪਾਸੇ ਆਪ ਜੀ ਦੀ ਹੀ ਲੀਲਾ ਹੈ। ਪਰਵੇਸ਼ਿਓ ਸਭੈ ਮੈਂ ਅਲੇਪਨ ਸੋ ਮੀਲਾ। ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਦਾ, ਸਤਿਗੁਰੂ ਜੀ ਆਪ ਸਾਰਿਆਂ ਦੇ ਵਿੱਚ ਵੀ ਬਿਰਾਜਮਾਨ ਹੋ, ਤੇ ਫਿਰ ਵੀ ਸਤਿਗੁਰੂ ਜੀ ਆਪ ਅਲੇਪ ਹੋ। ਮਹਾਬੀਜ ਬੀਜੰ ਵਿਥਾਰਾ ਵਿਥਾਰਾ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਮਾਈ ਦਾਸ ਕਹਿੰਦਾ ਸਤਿਗੁਰੂ ਜੀ ਆਪ ਇੱਕ ਬੀਜ ਰੂਪ ਵੀ ਹੋ, ਤੇ ਸਤਿਗੁਰੂ ਜੀ ਆਪ ਇੱਕ ਵਿਸਥਾਰ ਰੂਪ ਵੀ। ਜਿਸ ਤਰ੍ਹਾਂ ਸਤ ਸੰਗਤ ਜੀ ਗੋਬਰ ਦਾ ਜਿਹੜਾ ਬੀਜ ਹੁੰਦਾ ਉਹ ਬਿਲਕੁਲ ਛੋਟਾ ਹੁੰਦਾ, ਗੋੜ ਦੇ ਉੱਤੇ ਅਨੇਕਾਂ ਹੀ ਗੋਲਾਂ ਲੱਗਦੀਆਂ ਨੇ, ਅਤੇ ਇੱਕ ਗੋੜ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਬੀਜ ਹੁੰਦੇ ਨੇ। ਇੱਕ ਛੋਟੇ ਜਿਹੇ ਬੀਜ ਤੋਂ ਇੰਨਾ ਵਿਸ਼ਾਲ ਦਰਖਤ ਬਣਦਾ ਹੈ। ਮਾਈ ਦਾਸ ਕਹਿਣ ਲੱਗਾ, ਸਤਿਗੁਰੂ ਜੀ ਆਪ ਬੀਜ ਰੂਪ ਦੇ ਵਿੱਚ ਵੀ ਹੋ, ਤੇ ਆਪ ਇਹ ਸਾਰੀ ਸ੍ਰਿਸ਼ਟੀ ਦਾ ਵਿਸਥਾਰ ਕਰਨ ਵਾਲੇ ਵੀ ਹੋ। ਤੁਹੀ ਏਕ ਮੂਲੰ ਜਗਨ ਸਾਥ ਸਾਰਾ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ, ਸਤਿਗੁਰੂ ਜੀ ਆਪ ਮੂਲ ਰੂਪ ਦੇ ਵਿੱਚ ਵੀ ਹੋ, ਤੇ ਸਤਿਗੁਰੂ ਜੀ ਆਪ ਵਿਸਥਾਰ ਰੂਪ ਦੇ ਵਿੱਚ ਵੀ ਹੋ। ਸਤਿਗੁਰੂ ਜੀ ਆਪ ਜੜ ਰੂਪ ਦੇ ਵਿੱਚ ਵੀ ਹੋ। ਜਿਸ ਤਰ੍ਹਾਂ ਸਤ ਸੰਗਤ ਜੀ ਇੱਕ ਦਰਖਤ ਦੀਆਂ ਬਹੁਤ ਸਾਰੀਆਂ ਟਾਹਣੀਆਂ ਹੁੰਦੀਆਂ ਨੇ, ਦੂਰ ਦੂਰ ਤੱਕ ਇੱਕ ਦਰਖਤ ਦੀਆਂ ਜਿਹੜੀਆਂ ਸ਼ਾਖਾਂ ਹੁੰਦੀਆਂ ਇਹ ਖਿੰਡਲੀਆਂ ਹੁੰਦੀਆਂ ਨੇ, ਪਰ ਉਸ ਦੀ ਜੜ, ਉਸ ਦਾ ਮੁੱਢ ਇੱਕ ਹੀ ਹੁੰਦਾ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਮਾਈ ਦਾਸ ਕਹਿੰਦਾ, ਸਤਿਗੁਰੂ ਜੀ ਆਪ ਜੜ ਦੇ ਰੂਪ ਵੀ ਹੋ, ਤੇ ਆਪ ਸ਼ਾਖਾ ਰੂਪ ਦੇ ਵਿੱਚ ਵੀ ਆਪ ਵਿਚਰ ਰਹੇ ਹੋ। ਪਾਵੈ ਤੁਹੀ ਫੇਰ ਪਾਲੈ ਸੰਗਾਰੈ। ਸਤਿਗੁਰੂ ਜੀ ਆਪ ਜੀਵ ਨੂੰ ਪੈਦਾ ਕਰਨ ਵਾਲੇ ਵੀ ਹੋ, ਪਾਲਣ ਵਾਲੇ ਵੀ ਹੋ, ਅਤੇ ਸੰਘਾਰ ਭਾਵ ਖਤਮ ਕਰਨ ਵਾਲੇ ਵੀ ਹੋ।
ਸੰਕੋਚਾ ਸਦਾ ਦ੍ਰਿਸ਼ਟ ਮਾਨੰ ਪਸਾਰੈ। ਸਤਿਗੁਰੂ ਜੀ ਇਹ ਸਾਰਾ ਪਸਾਰਾ ਆਪ ਜੀ ਦਾ ਹੀ ਸਾਜਿਆ ਹੋਇਆ। ਇਹ ਮਾਈ ਦਾਸ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੋਦੜੀ ਕਰ ਰਿਹਾ ਹੈ। ਲਖਾ ਨਾਹਿ ਕੋਈ ਅਕਾਰਨ ਕਿਤੋ ਹੈ। ਸਤਿਗੁਰੂ ਜੀ ਆਪ ਜੀ ਦਾ ਕਿੰਨਾ ਵੱਡਾ ਆਕਾਰ ਹੈ। ਲਖਾ ਨਾ ਕੋਈ, ਆਪ ਜੀ ਦੇ ਇਸ ਆਕਾਰ ਨੂੰ ਕੋਈ ਵੀ ਮਨੁੱਖ ਬਿਆਨ ਨਹੀਂ ਕਰ ਸਕਦਾ, ਲਿਖ ਨਹੀਂ ਸਕਦਾ। ਤੋਹਿ ਆਪ ਜਾਣੈ ਗਤੀ ਮੇ ਜਿਤੋ ਹੈ। ਸਤਿਗੁਰੂ ਜੀ ਆਪ ਜੀ ਦੇ ਗੁਣਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ। ਕਿਸੇ ਮਨੁੱਖ ਦੇ ਵਿੱਚ ਸਮਰੱਥਾ ਨਹੀਂ ਕਿ ਆਪ ਜੀ ਦੇ ਗੁਣਾਂ ਨੂੰ ਕੋਈ ਬਿਆਨ ਕਰ ਸਕੇ। ਰਚੇ ਪੰਚ ਭੂਤੰ ਰਿਖੀ ਕੀ ਜੇ ਸਾਰੀ। ਸਤਿਗੁਰੂ ਜੀ ਆਪ ਜੀ ਨੇ ਹੀ ਇਹ ਪੰਜ ਭੂਤਕ ਸਰੀਰ ਸਾਜਿਆ ਹੋਇਆ ਤੇ ਸਤਿਗੁਰੂ ਜੀ ਇਹ ਸਾਰੀ ਸ੍ਰਿਸ਼ਟੀ ਆਪ ਜੀ ਦੇ ਹੀ ਹੁਕਮ ਵਿੱਚ ਚੱਲ ਰਹੀ ਹੈ। ਕਰੀ ਕਾਨ ਚਾਰੀ ਅਨੇਕ ਪ੍ਰਕਾਰੀ। ਤੇ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਇਹ ਚਾਰੇ ਬਾਣੀਆਂ ਪੈਦਾ ਕੀਤੀਆਂ ਹੋਈਆਂ। ਅਨੇਕਾਂ ਪ੍ਰਕਾਰ ਦੀਆਂ ਸਤਿਗੁਰੂ ਜੀ ਆਪ ਜੀ ਨੇ ਦਾਤਾਂ ਤਿਆਰ ਕੀਤੀਆਂ ਹਨ। ਕਿਰਪਾ ਧਾਰ ਜਾ ਕੋ ਕਰੋ ਦਾਨ ਨਾਮੰ। ਉਸ ਵੇਲੇ ਹੁਣ ਮਾਈ ਦਾਸ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਨ ਲੱਗਾ, ਕਹਿੰਦਾ ਹੈ ਕਿਰਪਾ ਧਾਰ ਸਤਿਗੁਰੂ ਜੀ ਕਰੋ ਦਾਨ ਨਾਮ, ਆਪ ਆਪਣਾ ਨਾਮ ਮੈਨੂੰ ਬਖਸ਼ਿਸ਼ ਕਰੋ। ਰਟਾ ਨੀਤ ਸੋਈ ਪਰੈ ਤੋਹਿ ਸਾਮੰ। ਸਤਿਗੁਰੂ ਜੀ ਇਸ ਤਰ੍ਹਾਂ ਦੀ ਕਿਰਪਾ ਕਰੋ ਕਿ ਮੈਂ ਨੀਤ ਕਰਕੇ, ਮੈਂ ਹਿਰਦੇ ਦੇ ਕਰਕੇ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਸਕਾਂ। ਤਜਾ ਦੇ ਹੰਤਾ ਲਖੈ ਸੋ ਨਿਰਾਲਾ। ਸਤਿਗੁਰੂ ਜੀ ਕਿਰਪਾ ਕਰੋ ਮੇਰਾ ਮਨ ਹੰਕਾਰ ਛੱਡ ਕੇ, ਤਜੇ ਦੇ ਹੰਕਾਰ ਸਤਿਗੁਰੂ ਜੀ ਮੈਂ ਆਪ ਜੀ ਦੇ ਚਰਨਾਂ ਦੇ ਨਾਲ ਐਸਾ ਜੁੜਾ ਲਖੇ ਸੋ ਨਿਰਾਲਾ ਕਿ ਮੇਰਾ ਮਨ ਹਮੇਸ਼ਾ ਹੀ ਆਪ ਜੀ ਦੇ ਨਿਰਾਲਾ, ਆਪ ਜੀ ਦੇ ਚੰਗੇ ਗੁਣ ਗਾਉਂਦਾ ਰਹੇ। ਲਗਾ ਮੀਠ ਭਾਣਾ ਰਹੰਤੋ ਸੁਖਾਲਾ। ਸਤਿਗੁਰੂ ਜੀ ਆਪ ਜੀ ਦਾ ਭਾਣਾ ਮੈਨੂੰ ਮਿੱਠਾ ਲੱਗੇ, ਐਸੀ ਆਪ ਮੇਰੇ ਤੇ ਬਖਸ਼ਿਸ਼ ਕਰੋ। ਇਹ ਮਾਈ ਦਾਸ ਸਤਿਗੁਰੂ ਜੀ ਦੇ ਚਰਨਾਂ 'ਚ ਜੋਦੜੀ ਕਰ ਰਿਹਾ ਹੈ। ਲਖਾ ਨੀਤ ਤੋਹੀ ਸਰੈ ਕਾਜ ਸਾਰੇ। ਸਤਿਗੁਰੂ ਜੀ ਲਖੈ ਨੀਤ ਤੋਹੀ ਸਰੈ ਕਾਜ ਸਾਰੇ। ਆਪ ਹੀ ਹੋ ਜਿਹੜੇ ਕਿ ਸਾਰਿਆਂ ਦੇ ਕਾਜ ਸਵਾਰਨ ਵਾਲੇ। ਅਸੀਂ ਸਤਿਗੁਰੂ ਜੀ ਦੇ ਚਰਨਾਂ 'ਚ ਉਹਨੇ ਬੇਨਤੀ ਵੀ ਕਰਦੇ ਹਨ ਕਿ ਸਤਿਗੁਰੂ ਜੀ ਅਸੀਂ ਆਪ ਜੀ ਦੀ ਸ਼ਰਣੀ ਆਏ ਹਾਂ, ਕਿਰਪਾ ਕਰੋ ਸਾਡੇ ਕਾਜ ਨੂੰ ਸਵਾਰਨਾ। ਤੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਬਿਰਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ। ਜਦੋਂ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਨਾ ਭਾਵਨਾ ਦੇ ਨਾਲ, ਇਹ ਕਦੇ ਬਿਰਥਾ ਨਹੀਂ ਕਰਦੀ। ਸਤਿਗੁਰੂ ਜੀ ਕਿਰਪਾ ਕਰਦੇ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਸਤਿਗੁਰੂ ਜੀ ਆਪਣੇ ਪਿਆਰਿਆਂ ਦੇ ਕਾਰਜ ਆਪ ਸਵਾਰਦੇ ਨੇ। ਇਹ ਸਤਿਗੁਰੂ ਜੀ ਦੀ ਵੱਡੀ ਵਡਿਆਈ ਹੈ। ਸੋ ਸਤ ਸੰਗਤ ਮਾਈ ਦਾਸ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਕਰ ਰਿਹਾ, ਸਤਿਗੁਰੂ ਜੀ ਆਪ ਜੀ ਦਾ ਬਿਰਦ ਬੜਾ ਨਿਰਾਲਾ ਹੈ। ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨਾਈ ਆਇਆ, ਕਿਰਪਾ ਕਰੋ ਆਪ ਜੀ ਦਾ ਬਿਰਦ ਹੈ ਜਿਹੜੇ ਆਪ ਜੀ ਦੇ ਹੋ ਜਾਂਦੇ, ਆਪ ਉਹਨਾਂ ਦੇ ਕਾਰਜ ਸਵਾਰਦੇ ਹੋ। ਮੇਰੀ ਸ਼ਰਨ ਆਏ ਦੀ ਵੀ ਆਪ ਜੀ ਲਾਜ ਰੱਖਣਾ ਕਰੋ। ਅਨੇਕ ਕਾਰ ਬੈ ਏਕ ਤੋਹੀ ਨਿਹਾਰੇ। ਸਤਿਗੁਰੂ ਜੀ ਅਨੇਕਾਂ ਦੇ ਵਿੱਚ ਵੀ ਆਪ ਜੀ ਦੀ ਜੋਤ ਹੈ। ਪਰਮਾਤਮਾ ਅਕਾਲ ਪੁਰਖ ਇੱਕ ਹੈ। ਜਿੰਨੇ ਵੀ ਸੰਸਾਰ ਦੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਸਭ ਮਹਿ ਜੋਤ ਜੋਤ ਹੈ ਸੋਈ। ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਬਿਰਾਜਮਾਨ ਹੈ। ਕਵੀ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਜੀ ਆਪ ਜੀ ਦੇ ਗੁਣ ਇੰਨੇ ਬੇਅੰਤ ਨੇ ਕਿ ਆਪ ਜੀ ਦੀ ਜੋਤ ਸਾਰਿਆਂ ਦੇ ਵਿੱਚ ਪਸਰ ਰਹੀ ਹੈ। ਉਹੀ ਦੀਨ ਬੰਧੂ ਦਇਆ ਸਿੰਧ ਸੁਆਮੀ। ਸਤਿਗੁਰੂ ਜੀ ਆਪ ਦੀਨ ਬੰਧੂ, ਦੀਨ ਕਹਿੰਦੇ ਨੇ ਗਰੀਬ ਨੂੰ ਤੇ ਬੰਧੂ ਕਹਿੰਦੇ ਨੇ ਮਿੱਤਰ ਨੂੰ। ਸਤਿਗੁਰੂ ਜੀ ਆਪ ਗਰੀਬਾਂ ਦੇ ਮਿੱਤਰ ਹੋ, ਭਾਵਨਾ ਕਰਨ ਵਾਲੇ ਹੋ, ਚਰਨਾਂ ਦੇ ਨਾਲ ਜੁੜਨ ਵਾਲੇ ਹੋ। ਉਧਾਰਾ ਲਖਾ ਦਾਸ ਪ੍ਰੇਮੀ ਅਕਾਮੀ। ਸਤਿਗੁਰੂ ਜੀ ਆਧਾਰ ਲਖ ਹੈ ਜਿਹੜਾ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ, ਆਪ ਜੀ ਉਸ ਦਾ ਉਧਾਰ ਕਰ ਦਿੰਦੇ ਹੋ। ਆਪ ਜੀ ਦੇ ਅੰਦਰ ਐਸੀਆਂ ਬਖਸ਼ਿਸ਼ਾਂ ਹਨ। ਮਹਾਰਾਜ ਰਾਜਾ ਪ੍ਰਤਾਪੰ ਵਿਰਾਜੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਕਹਿੰਦਾ ਸਤਿਗੁਰੂ ਜੀ ਆਪ ਰਾਜਿਆਂ ਦੇ ਵੀ ਵੱਡੇ ਰਾਜੇ ਹੋ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਐਸੇ ਸਤਿਗੁਰੂ ਜੀ ਆਪ ਗਰੀਬ ਨਵਾਜੋ। ਦੁਨੀਆ ਦੇ ਵੱਡੇ ਵੱਡੇ ਰਾਜੇ ਨੇ ਜਿਹੜੇ ਆਪ ਜੀ ਦੇ ਚਰਨਾਂ ਤੇ ਆ ਕੇ ਘਰ ਲੈਂਦੇ। ਇਹ ਸੱਚਾਈ ਵੀ ਹੈ। ਸਮੇਂ ਦਾ ਬਾਦਸ਼ਾਹ ਅਕਬਰ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਆਉਂਦਾ ਤੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੇ ਉੱਤੇ ਸੀਸ ਨੂੰ ਝੁਕਾਉਂਦਾ।
ਮਾਈ ਦਾਸ ਕਹਿ ਰਿਹਾ ਸਤਿਗੁਰੂ ਜੀ ਆਪ ਰਾਜਿਆਂ ਦੇ ਮਹਾਰਾਜ ਹੋ। ਤੋਈ ਸਰਬ ਕੇ ਸੀਸ ਪੈ ਏਕ ਛਾਜੈ। ਸਤਿਗੁਰੂ ਜੀ ਆਪ ਜੀ ਦਾ ਹੀ ਇਹ ਮੇਰਾ ਭਰਿਆ ਹੱਥ ਹੈ ਜਿਹੜਾ ਕਿ ਸਾਰਿਆਂ ਦੇ ਸੀਸ ਉੱਪਰ ਟਿਕਿਆ ਹੋਇਆ ਹੈ। ਬੜਾ ਨਾਦ ਗਿਆਨ ਮੈਂ ਨਿੰਦਾ ਰਹਿ ਕੋਈ। ਸਤਿਗੁਰੂ ਜੀ ਜਿੰਨਾ ਵੀ ਕੋਈ ਗਿਆਨ ਵਾਲਾ ਹੋਵੇ ਨਾ ਕਵੇ ਕਿ ਮੇਰੇ ਕੋਲ ਗਿਆਨ ਬੜਾ ਮੈਂ ਤੇਰੇ ਗੁਣ ਦੱਸ ਦਵਾਂ, ਸਤਿਗੁਰੂ ਜੀ ਨਹੀਂ ਦੱਸ ਸਕਦਾ। ਪੰਜ ਸਾਹਿਬਾਨ ਵੀ ਕਹਿੰਦੇ ਧੰਨ ਨਾਲ ਬੂੰਦ ਬਸੋ ਨੂੰ ਮਾਵਲ ਉਸ ਨੂੰ ਬਸੰਤ ਗੜੰਤ ਨਾ ਆਵੇ। ਮੀਂਹ ਦੇ ਵਿੱਚ ਕਿੰਨੀਆਂ ਬੂੰਦਾਂ ਧਰਤੀ ਦੇ ਆ ਕੇ ਡਿੱਗਦੀਆਂ ਨੇ ਕੋਈ ਇਹਨਾਂ ਦੀ ਗਿਣਤੀ ਨਹੀਂ ਕਰ ਸਕਦਾ। ਪਰ ਫਿਰ ਵੀ ਕੋਈ ਕਵੇ ਕਿ ਮੇਰੇ ਵਿੱਚ ਸਮਰੱਥਾ ਹੈ, ਮੇਰੇ ਵਿੱਚ ਗਿਆਨ ਹੈ, ਮੈਂ ਇਹ ਗਿਣਤੀ ਕਰ ਲਈ ਕਿ ਕਿੰਨੀਆਂ ਜਿਹੜੀਆਂ ਬੂੰਦਾਂ ਸੀ ਪਾਣੀ ਦੀਆਂ ਇਹ ਧਰਤੀ ਤੇ ਆ ਕੇ ਡਿੱਗੀਆਂ। ਪੱਗ ਸਾਹਿਬਾਨ ਕਹਿੰਦੇ ਕੋਈ ਵੱਡੀ ਗੱਲ ਨਹੀਂ। ਦੂਸਰੀ ਉਦਾਹਰਨ ਦਿੰਦੇ ਕੁਸਮ ਬਸੰਤ ਗਣੰਤ ਨਾ ਆਵੇ। ਬਸੰਤ ਰੁੱਤ ਵਿੱਚ ਕਿੰਨੇ ਫੁੱਲ ਖਿੜੇ ਨੇ ਇਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਸਾਧ ਸੰਗਤ ਜੀ ਫੁੱਲਾਂ ਦਾ ਇੱਕ ਬੂਟਾ ਹੀ ਹੋਵੇ ਨਾ ਮਨੁੱਖ ਕਵੇ ਮੈਂ ਪੂਰੇ ਫੁੱਲ ਗਿਣਨੇ ਨੇ ਨਹੀਂ ਗਿਣ ਸਕਦਾ। ਪਰ ਜਿੰਨੇ ਬਨਸਪਤੀ ਦੇ ਵਿੱਚ ਫੁੱਲ ਪੈਦਾ ਹੋਏ ਕੋਈ ਮਨੁੱਖ ਕਵੇ ਮੈਂ ਗਿਣ ਲਵਾਂ ਨਹੀਂ ਗਿਣ ਸਕਦਾ। ਪਰ ਫਿਰ ਵੀ ਕੋਈ ਇਹ ਦਾਅਵਾ ਕਰ ਦਵੇ ਕਿ ਮੈਂ ਗਿਣਤੀ ਕਰ ਲਈ ਹੈ। ਪੱਗ ਸਾਹਿਬਾਨ ਕਹਿੰਦੇ ਕੋਈ ਵੱਡੀ ਗੱਲ ਨਹੀਂ। ਪਰ ਭੰਦੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣ ਆਵੇ। ਸਤਿਗੁਰੂ ਗੁਰੂ ਅਮਰਦਾਸ ਜੀ ਆਪ ਜੀ ਦੇ ਗੁਣ ਇੰਨੇ ਨੇ, ਆਪ ਜੀ ਦੀਆਂ ਵਡਿਆਈਆਂ ਇੰਨੀਆਂ ਨੇ ਕਿ ਸੰਸਾਰ ਵਿੱਚ ਐਸਾ ਕੋਈ ਵੀ ਬਲ ਵਾਲਾ ਪੈਦਾ ਨਹੀਂ ਹੋਇਆ ਜਿਹੜਾ ਆਪ ਜੀ ਦੇ ਗੁਣਾਂ ਨੂੰ ਦੱਸ ਸਕੇ। ਸੋ ਕਵੀ ਜੀ ਦੱਸ ਰਹੇ ਨੇ ਕਿ ਮਾਈ ਦਾਸ ਬੇਨਤੀ ਕਰ ਰਿਹਾ ਸਤਿਗੁਰੂ ਜੀ ਵੱਡੇ ਤੋਂ ਵੱਡੇ ਗਿਆਨੀ ਵੀ ਆਪ ਜੀ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ। ਕਲੀ ਦੇਹ ਧਾਰਿਓ ਕਲਾ ਸਰਬ ਕੋਈ। ਸਤਿਗੁਰੂ ਜੀ ਆਪ ਕਲੀ ਦੇਹ ਧਾਰਿਓ ਕਲਯੁਗ ਦੇ ਅੰਦਰ ਗੁਰੂ ਅਮਰਦਾਸ ਜੀ ਆਪ ਜੀ ਨੇ ਇਹ ਅਵਤਾਰ ਧਾਰਨ ਕੀਤਾ ਹੈ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ। ਗੁਰ ਰੂਪ ਹੋਏ ਤ੍ਰਿਤੀ ਥਾਨ ਸੋ ਹੈ। ਅਤੇ ਸਤਿਗੁਰੂ ਜੀ ਗੁਰੂ ਰੂਪ ਦੇ ਵਿੱਚ ਆਪ ਤੀਸਰੇ ਸਥਾਨ ਤੇ ਸ਼ੋਭਾ ਪਾਵੇ। ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਪਹਿਲੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਦੂਸਰੇ ਪਾਤਸ਼ਾਹ ਨੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਅਤੇ ਤੀਸਰੇ ਪਾਤਸ਼ਾਹ ਨੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ। ਮਾਈ ਦਾਸ ਕਹਿੰਦਾ ਸਤਿਗੁਰੂ ਜੀ ਆਪ ਗੁਰੂ ਨਾਨਕ ਦੇ ਘਰ ਦੀ ਇਸ ਜੋਤ ਦੇ ਤੀਸਰੇ ਵਾਰਿਸ ਹੋ ਜਿਹੜੇ ਕਿ ਸੰਸਾਰ ਵਿੱਚ ਸ਼ੋਭਾ ਪਾ ਰਹੇ ਹੋ। ਅਸੰਖਾ ਉਧਾਰੇ ਬਨੇ ਦਾਸ ਜੋ ਹੈ। ਸਤਿਗੁਰੂ ਜੀ ਆਪ ਅਸੰਖ ਹੀ ਆਪਣੇ ਪਿਆਰਿਆਂ ਦਾ ਉਧਾਰ ਕਰਨ ਵਾਲੇ ਆਪ ਜੀ ਦੇ ਵਿੱਚ ਇੰਨਾ ਬਲ ਹੈ। ਨਈ ਰੀਤ ਸਿੱਖੀ ਬਿਥਾਰੀ ਉਧਾਰੀ। ਸਤਿਗੁਰੂ ਜੀ ਮੈਂ ਵੀ ਆਪ ਜੀ ਦੀ ਇਸ ਸਿੱਖੀ ਨੂੰ ਬੜਾ ਪਿਆਰ ਕਰਦਾ ਹਾਂ ਤੇ ਮੇਰੇ ਮਨ ਦੇ ਵਿੱਚ ਚਾਹ ਆਇਆ ਮੈਂ ਆਪ ਜੀ ਦਾ ਸਿੱਖ ਬਣਿਆ ਹਾਂ। ਲਈ ਧਾਰ ਜਾਹੀ ਪਏ ਦੁਖ ਪਾਰੀ। ਸਤਿਗੁਰੂ ਜੀ ਕਿਰਪਾ ਕਰੋ ਹੁਣ ਮੇਰੇ ਵੀ ਸਾਰੇ ਦੁੱਖਾਂ ਨੂੰ ਆਪ ਜੀ ਦੂਰ ਕਰ ਲਓ। ਸ਼ਰਨ ਆਏ ਦੀ ਆਪ ਲਾਜ ਰੱਖਣਾ ਕਰੋ। ਸਦਾ ਜੈ ਸਦਾ ਜੈ ਸਦਾ ਜੈ ਗੁਸਾਈ। ਉਸ ਵੇਲੇ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਜੀ ਸਦਾ ਜੈ ਸਦਾ ਜੈ। ਸਤਿਗੁਰੂ ਜੀ ਆਪ ਜੀ ਦੀ ਸਦਾ ਹੀ ਜੈ ਜੈਕਾਰ ਹੈ। ਆਪ ਸੰਸਾਰ ਦੇ ਗੁਸਾਈ ਹੋ। ਮਾਇਆ ਕੀਨ ਮੋਕਾ ਸੋਲੀ ਨੋ ਬਚਾਈ। ਸਤਿਗੁਰੂ ਜੀ ਆਪ ਮੇਰੇ ਤੇ ਵੀ ਕਿਰਪਾ ਕਰੋ ਤੇ ਮੈਨੂੰ ਵਿਕਾਰਾਂ ਤੋਂ ਆਪ ਜੀ ਬਚਾਉਣਾ ਕਰੋ। ਗੋਬਿੰਦੇ ਮੁਕੰਦੇ ਆਨੰਦੇ ਅਨੂਪੇ। ਸਤਿਗੁਰੂ ਜੀ ਆਪ ਗੋਬਿੰਦ ਰੂਪ ਹੋ। ਸਤਿਗੁਰੂ ਜੀ ਆਪ ਮਕੰਦ ਰੂਪ ਹੋ। ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਨਾਲ ਜੁੜਿਆ ਆਨੰਦ ਪ੍ਰਾਪਤ ਹੁੰਦਾ ਜਿਹੜਾ ਦਰਸਾਇਆ ਹੀ ਨਹੀਂ ਜਾ ਸਕਦਾ। ਨਮਸਤੰ ਸਮਸਤੰ ਸਰੂਪੇ। ਭੁਜੰਗ ਸ਼ਬਦ ਦੇ ਅੰਦਰ ਕਵੀ ਜੀ ਦੱਸ ਰਹੇ ਕਿ ਮਾਈ ਦਾਸ ਕਹਿ ਰਿਹਾ ਸਤਿਗੁਰੂ ਜੀ ਨਮਸਤੰ ਸਮਸਤੰ ਸਰੂਪੇ ਕਿ ਆਪ ਜੀ ਦੇ ਚਰਨਾਂ ਤੇ ਨਮਸਕਾਰ ਹੈ ਐਸੇ ਸੱਚੇ ਸਤਿਗੁਰੂ ਜੀ। ਦੋਹਰਾ ਇਸ ਪ੍ਰਕਾਰ ਉਸਤਤ ਕਰੇ ਹਰਕਤ ਮਾਈ ਦਾਸ। ਇਸ ਪ੍ਰਕਾਰ ਮਾਈ ਦਾਸ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਖੁਸ਼ ਹੋ ਰਿਹਾ ਸਤਿਗੁਰੂ ਜੀ ਦੀਆਂ ਵਡਿਆਈਆਂ ਕਰ ਰਿਹਾ ਹੈ। ਭਇਓ ਨਿਹਾਲ ਵਿਸਾਲ ਹੀ ਪੂਰਨ ਪ੍ਰੇਮ ਪ੍ਰਕਾਸ਼। ਜਿਸ ਵੇਲੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਆਇਆ ਹੋਇਆ ਨਾ ਭਇਓ ਨਿਹਾਲ ਵਿਸਾਲ ਹੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸ ਨੂੰ ਨਿਹਾਲ ਕਰ ਦਿੱਤਾ।
ਸਤਿਗੁਰੂ ਜੀ ਨੇ ਆਪਣੇ ਪਿਆਰੇ ਨੂੰ ਇਹ ਵਡਿਆਈਆਂ ਦਿੱਤੀਆਂ ਹਨ। ਕਿਉ ਪਈ ਹੇ ਪ੍ਰਭ ਜੇ ਪ੍ਰਸੰਨ ਮੁਝ ਪਰ ਹੋ। ਉਸ ਵੇਲੇ ਮਾਈ ਦਾਸ ਹੁਣ ਬੇਨਤੀ ਕਰ ਰਿਹਾ, ਸਤਿਗੁਰੂ ਜੀ ਜੇ ਆਪ ਜੀ ਮੇਰੇ ਤੇ ਪ੍ਰਸੰਨ ਹੋਏ ਹੋ, ਜੇ ਸਤਿਗੁਰੂ ਜੀ ਆਪ ਜੀ ਮੇਰੇ ਤੇ ਖੁਸ਼ ਹੋਏ ਹੋ, ਰਾਖੋ ਚਰਨ ਕਮਲ ਰਜ ਕਰ ਹੋ। ਸਤਿਗੁਰੂ ਜੀ ਕਿਰਪਾ ਕਰੋ ਮੈਨੂੰ ਆਪ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖ ਲਵੋ। ਨਿਤ ਦਰਸ਼ਨ ਲੈ ਤੁਮਰੋ ਪਾਉ। ਸਤਿਗੁਰੂ ਜੀ ਕਿਰਪਾ ਕਰੋ ਮੈਂ ਆਪ ਜੀ ਦੇ ਨਿਤ ਹੀ ਦੀਦਾਰ ਕਰਦਾ ਰਹਾ, ਦਰਸ਼ਨ ਕਰਦਾ ਰਹਾ। ਜਨਮ ਜਨਮ ਕੋ ਭਰਮ ਮਿਟਾਓ। ਸਤਿਗੁਰੂ ਜੀ ਜਨਮਾਂ ਜਨਮਾਂਤਰਾਂ ਦੇ ਮੇਰੇ ਆਪ ਜੀ ਭਰਮ ਦੂਰ ਕਰੋ। ਮੈਂ ਜੋ ਦੁਨਿਆਵੀ ਪਦਾਰਥਾਂ ਦੇ ਭਰਮ ਜਾਲ ਵਿੱਚ ਪਿਆ ਹੋਇਆ ਹਾਂ। ਸੁਨ ਸ਼੍ਰੀ ਅਮਰਦਾਸ ਪਰੀ ਸਦਨ ਪਏ। ਜਿਸ ਵੇਲੇ ਸਤਿਗੁਰੂ ਜੀ ਨੇ ਸੁਣਿਆ, ਗੁਰੂ ਅਮਰਦਾਸ ਜੀ ਮਹਾਰਾਜ ਖੁਸ਼ ਹੋ ਜਾਂਦੇ ਨੇ, ਪ੍ਰਸੰਨ ਹੋ ਜਾਂਦੇ ਹਨ। ਮੁਸਕਾਵਤ ਮੁਖ ਸੁਖ ਕੋ ਦਏ। ਉਸ ਵੇਲੇ ਸਤਿਗੁਰੂ ਜੀ ਨੇ ਖੁਸ਼ ਹੁੰਦਿਆਂ ਆਪਣੇ ਪਿਆਰੇ ਨੂੰ ਵਡਿਆਈਆਂ ਬਖਸ਼ਿਸ਼ ਕੀਤੀਆਂ ਹਨ। ਵਚਨ ਕਹਿਓ ਸੁਨ ਮਾਈ ਦਾਸ। ਸਤਿਗੁਰੂ ਜੀ ਨਾਲ ਹੀ ਕਹਿਣ ਲੱਗੇ ਮਾਈ ਦਾਸ ਸਾਡੇ ਇਸ ਬਚਨ ਨੂੰ ਆਪ ਸੁਣਨਾ ਕਰ। ਅਬ ਤੂੰ ਰਹੋ ਹਮਾਰੇ ਪਾਸ। ਕਹਿਣ ਲੱਗੇ ਮਾਈ ਦਾਸ ਤੋਂ ਪਹਿਲਾਂ ਆਇਆ ਸੀ, ਪਰ ਆਪਣੇ ਹੰਕਾਰ ਕਰਕੇ ਤੂੰ ਇੱਥੋਂ ਕੁਝ ਪ੍ਰਾਪਤ ਨਹੀਂ ਕਰ ਸਕਿਆ। ਹੁਣ ਆਇਆ ਇੱਥੇ ਸਾਡੇ ਚਰਨਾਂ ਦੇ ਵਿੱਚ ਰਹਿ ਕੇ ਤੂੰ ਕੁਝ ਦਿਨ ਵੇਖ ਤਾਂ ਸਹੀ। ਪ੍ਰਭ ਕੋ ਦਰਸ਼ਨ ਏਠਾਂ ਪਿਆਸ। ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਇੱਥੇ ਰਵੇਂਗਾ ਨਾ ਤੈਨੂੰ ਪਿਆਰੇ ਪ੍ਰਭੂ ਦੇ ਦੀਦਾਰ ਹੋ ਜਾਣਗੇ, ਦਰਸ਼ਨ ਹੋ ਜਾਣਗੇ। ਸਰਬ ਕਾਮਨਾ ਤੇ ਤਰਪਤਾਵੇ। ਸਤਿਗੁਰੂ ਜੀ ਕਹਿਣ ਲੱਗੇ ਤੇਰੀਆਂ ਸਾਰੀਆਂ ਹੀ ਕਾਮਨਾ ਗੁਰੂ ਨਾਨਕ ਦੇ ਘਰ ਵਿੱਚੋਂ ਪੂਰੀਆਂ ਹੋ ਜਾਣਗੀਆਂ। ਇੱਕ ਦਿਵਸ ਜਬ ਅਬੇ ਬਿਤਾਵੈ। ਸਤਿਗੁਰੂ ਜੀ ਕਹਿਣ ਲੱਗੇ ਲਗਭਗ ਇੱਕ ਹਫ਼ਤਾ 8 ਦਿਨ ਤੋਂ ਇਸ ਗੋਇਲਵਾਲ ਸਾਹਿਬ ਦੀ ਪਾਵਨ ਧਰਤੀ ਤੇ ਰਹੇ। ਬੌਰੋ ਤੋਏ ਗੁਰੂ ਬਿਦਤਾਵੈ। ਸਤਿਗੁਰੂ ਜੀ ਕਹਿਣ ਲੱਗੇ ਫਿਰ ਤੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਵੇਗੀ, ਤੈਨੂੰ ਕੋਈ ਐਸਾ ਰੱਬ ਦਾ ਪਿਆਰਾ ਮਿਲ ਜਾਵੇਗਾ। ਰਹੋ ਆਨੰਦ ਹੋਏ ਗੋਇੰਦਵਾਲ। ਸਤਿਗੁਰੂ ਜੀ ਕਹਿਣ ਲੱਗੇ ਇਸ ਸਥਾਨ ਤੇ ਰਵੇਂਗਾ ਨਾ ਤੈਨੂੰ ਕੋਈ ਘਾਟ ਨਹੀਂ ਲੱਗੇਗੀ। ਗੋਇੰਦਵਾਲ ਦੇ ਵਿੱਚ ਤੈਨੂੰ ਪੂਰਨ ਤੌਰ ਤੇ ਆਨੰਦ ਮਿਲ ਜਾਵੇਗਾ। ਮਿਲ ਸਤ ਸੰਗਤ ਤੇ ਸਿੱਖਿਆ ਨਾਲ। ਸਤਿਗੁਰੂ ਜੀ ਕਹਿਣ ਲੱਗੇ ਸਿੱਖਾਂ ਦੇ ਨਾਲ ਰਲ ਕੇ ਪਰਮਾਤਮਾ ਦੇ ਚਰਨਾਂ ਦਾ ਧਿਆਨ ਕਰੀ। ਗੁਰਸਿੱਖਾਂ ਦੇ ਨਾਲ ਰਲ ਕੇ ਤੂੰ ਉਸ ਅਕਾਲ ਪੁਰਖ ਦੇ ਚਰਨਾਂ ਦੀ ਆਰਾਧਨਾ ਕਰੀ, ਸਤ ਸੰਗਤ ਦੀਆਂ ਘੜੀਆਂ ਪਾਲਣਾ ਕਰੀ। ਹਾਥ ਜੋੜ ਤਿਨ ਤੈਸੇ ਮਾਨੀ। ਸਤਿਗੁਰੂ ਜੀ ਦੇ ਬਚਨਾਂ ਨੂੰ ਜਦੋਂ ਮਾਈ ਦਾਸ ਨੇ ਸੁਣਿਆ ਨਾ, ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਨੂੰ ਨਮਸਕਾਰ ਕੀਤੀ ਹੈ। ਰਹਿਓ ਸਮੀਪ ਸੰਦੇਹ ਨਹਾਨੀ। ਅਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਹਿਣ ਲੱਗਾ, ਸਤਿਗੁਰੂ ਜੀ ਮੈਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ, ਮੈਂ ਆਪ ਜੀ ਦੇ ਚਰਨਾਂ ਵਿੱਚ ਭਾਵਨਾ ਸਹਿਤ ਰਹਾਂਗਾ। ਕਾਰ ਪਾਪ ਕਾ ਕੀ ਵੱਡ ਹੋਵੈ। ਇਹ ਸਾਧ ਸੰਗਤ ਉਹੀ ਸਮਾਂ ਹੈ ਜਦੋਂ ਗੋਇੰਦਵਾਲ ਸਾਹਿਬ ਦੇ ਵਿੱਚ ਬੌੜੀ ਦੀ ਸੇਵਾ ਚੱਲ ਰਹੀ ਹੈ। ਸਭ ਸੰਗਤ ਸਿਰ ਕਰ ਨਿਤ ਢੋਵੈ। ਅਤੇ ਉਸ ਵੇਲੇ ਸੰਗਤ ਗੋਇੰਦਵਾਲ ਸਾਹਿਬ ਦੇ ਵਿੱਚ ਜੋ ਬੌੜੀ ਤਿਆਰ ਹੋ ਰਹੀ ਹੈ ਨਾ, ਉਸ ਦੀ ਜੋ ਮਿੱਟੀ ਆਦਿਕ ਹੈ, ਜੋ ਗਾਰ ਆਦਿਕ ਹੈ, ਇਹ ਬੌੜੀ ਦੇ ਵਿੱਚੋਂ ਬਾਹਰ ਕੱਢਣ ਦੀ ਸੇਵਾ ਕਰ ਰਹੀ ਹੈ। ਸੰਗਤ ਆਪਣੇ ਸੀਸ ਉੱਪਰ ਟੋਕਰੀ ਢੋ ਰਹੀ ਹੈ। ਕੋਦਤ ਜਲ ਲੱਗ ਗਏ। ਜਿਸ ਵੇਲੇ ਹੁਣ ਮਾਈ ਦਾਸ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਇਆ ਨਾ, ਇਹ ਉਹੀ ਦਿਨ ਚੱਲ ਰਹੇ ਨੇ ਜਿਸ ਵੇਲੇ ਇਹ ਬੌੜੀ ਦੇ ਵਿੱਚੋਂ ਪੂਰੀ ਉਹ ਜਿਹੜੀ ਗਾਰ ਹੈ ਮਿੱਟੀ ਨਿਕਲ ਚੁੱਕੀ ਹੈ, ਅਤੇ ਹੁਣ ਰੋੜਾਂ ਵਾਲਾ ਜਿਹੜਾ ਕੜ ਇਹ ਅੱਗੇ ਆਇਆ ਹੈ। ਕਰ ਰੋਰਨ ਕੋ ਦੇਖਤ ਭਏ। ਜਿਸ ਵੇਲੇ ਇਹ ਰੋੜਾਂ ਦਾ ਕਰ ਅੱਗੇ ਆਇਆ ਨਾ, ਜਿਹੜੇ ਉਸ ਵੇਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੇਵਾ ਕਰਨ ਵਾਲੇ ਸੇਵਾਦਾਰ ਸਨ, ਉਹਨਾਂ ਨੇ ਇਸ ਕੜ ਨੂੰ ਵੇਖਿਆ ਹੈ। ਨਾ ਟੁੱਟੇ ਬਹੁਤ ਯਤਨ ਕਰਤ ਹੈ। ਉਸ ਵੇਲੇ ਉਹਨਾਂ ਨੇ ਬੜੇ ਯਤਨ ਕੀਤੇ ਕਿ ਇਹ ਰੋੜਾਂ ਵਾਲੇ ਕੜ ਨੂੰ ਤੋੜਿਆ ਜਾ ਸਕੇ। ਭਾਵ ਕਿ ਬੌੜੀ ਦੇ ਵਿੱਚੋਂ ਮਿੱਟੀ ਸਾਰੀ ਬਾਹਰ ਆ ਚੁੱਕੀ ਹੈ, ਗਾਰ ਨਿਕਲ ਚੁੱਕੀ ਹੈ। ਇਹ ਰੋੜਾਂ ਵਾਲਾ ਕੜ ਹੈ, ਇਸ ਤੋਂ ਇਹ ਕੜ ਟੁੱਟਣ ਦੇ ਨਾਲ ਹੀ ਅੱਗੇ ਪਾਣੀ ਨਿਕਲਣਾ ਸ਼ੁਰੂ ਹੋਣਾ ਸੀ, ਪਰ ਬੜੇ ਯਤਨ ਕੀਤੇ ਕਿ ਕਿਸੇ ਢੰਗ ਦੇ ਨਾਲ ਇਸ ਕੜ ਨੂੰ ਤੋੜਿਆ ਜਾ ਸਕੇ। ਪਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਗੁਰਸਿੱਖ ਆ ਕੇ ਕਹਿੰਦੇ, ਸਤਿਗੁਰੂ ਜੀ ਇਹ ਕੜ ਟੁੱਟਣ ਦਾ ਤੇ ਨਾਮ ਹੀ ਨਹੀਂ ਲੈ ਰਿਹਾ।
बड़े यत्न कीते ये करते टुट ही नहीं रहा। बुध बल आपनो सकल तरत है। सतगुरु जी के चरणों च कहते सतगुरु जी असीं पूरा अपना जोर ला लिया, सतगुरु जी पूरा अपना बल ला लिया कि इस कड़ नूं असीं तोड़ सकीए, पर सतगुरु जी असीं तोड़ नहीं सके। तब श्री अमर निकट चल कहो। उस वेले सतगुरु गुरु अमरदास जी के चरणों च गुरसिख प्यारे जाते जाके बेनती करते ने सतगुरु गुरु अमरदास जी महाराज आप ही कृपा करो, आप ही बख्शिश करो कि ये बौली का जिहड़ा कड़ है ये टुट सके। सतगुर ने बिरतांत सब लियो। सतगुरु जी ने सारा ही बिरतांत उन्होंने कारीगरां दे कोलों सुनिया, उन्होंने सेवक जनां दे पासों सुनिया ਜਿਹੜੇ ਕਿ ਬੌਲੀ ਬਣਾਉਣ ਦੀ ਸੇਵਾ ਕਰ ਰਹੇ ਸਨ। ਮਾਨਿਕ ਚੰਦ ਪਤਰੀਆ ਜਾਤ। ਸਤਿਗੁਰੂ ਜੀ ਨੇ ਉਸ ਵੇਲੇ ਭਾਈ ਮਾਨਿਕ ਚੰਦ ਨੂੰ ਆਪਣੇ ਕੋਲ ਬੁਲਾਇਆ। ਖਤਰੀ ਕੁਲ ਸੁੰਦਰ ਦ੍ਰਿੜ ਗਾਤ। ਜਿਹੜਾ ਬੜਾ ਹੀ ਹੋਣਹਾਰ ਸੇਵਕ ਸੀ ਸਤਿਗੁਰੂ ਜੀ ਦਾ, ਸਤਿਗੁਰੂ ਜੀ ਦੇ ਚਰਨਾਂ 'ਚ ਬੜੀ ਭਾਵਨਾ ਨਾਲ ਕੇ ਸੇਵਾ ਨਿਭਾਇਆ ਕਰਦਾ ਸੀ। ਅੱਜ जिस वेले गुरसिखां ने आके कहा ना सतगुरु जी ये कड़ टुटन का नाम ही नहीं लै रहा, तो सतगुरु जी ने अपने प्यारे को वडियाई बख्शिश कर दिया हुई। सतगुरु जी ने उस वेले भाई मानक चंद को अपने कोल सदिया है। संग सतगुर कीन बखान। सतगुरु जी ने मानक चंद को अपने कोल सदिया, अपने मखार बिंद तो सतगुरु जी इस प्रकार बख्शिश करते हैं। हे मानक चंद लेहो विधान। कहने लगे कि मानक चंद इस विधान को तुसीं अपने हाथ पकड़ लो। साध संगत जी जिस तरह कि असीं अपने घर में हथौड़ा वरतते हैं, जिहड़ा बहुत वड्डा हथौड़ा हुंदा, भारा हथौड़ा हुंदा ना, उस नूं विधान किया जाता है। हुण सतगुरु जी ने वो विधान अपने पावन हत्थां दे विच लिया ते भाई मानक चंद नूं सतगुरु जी ने बख्शिश कीता है। करो जोर ते हितो बनाए। सतगुरु जी भाई मानक चंद नूं कहण लगे कि मानक चंद तुसीं इस बौली दे विच उतरना करो ਅਤੇ पूरे जोर दे नाल तुसीं जाके उस कड़ नूं तोड़ना करना है। सुन कर चरण भरियो सहसाए। उस वेले जदों मानक चंद ने सुनिया सतगुरु जी के चरणों के विच बेनतियां करके, सतगुरु जी के चरणों के विच अरदास बेनती करके सतगुरु जी को आज्ञा प्राप्त करते हैं। और निज कर ते पीठ धरियो है। सतगुरु जी ने कृपा की, उस वेले अपना पावन हाथ सतगुरु जी ने कृपा की, मानक चंद को बख्शिश किया। भाव के सतगुरु जी ने थापड़ा दिता है मानक चंद नूं। मेरे विधान को बीच भरियो है। उस वेले अपने पावन हत्थां दे विच विधान दे के ना ये मानक चंद साध संगतां नूं बौली दे विच वड़ जांदा है। कर को कर बल मारत भयो। जिस वेले मानक चंद नूं बौली दे विच साध संगत उतरिया ना, बड़े जोर दे नाल जाके भाई मानक चंद ने साध संगत जी बौली का वो जिहड़ा कड़ सी ना वो तोड़ना शुरू कर दिता है। टुटियो जल सो थल पर गयो। जिस वेले भाई मानक चंद ने बड़े जोर के नाल उदान मारिया ना ते साध संगत जी उस वेले एक कड़ टुट गया। अज भी साध संगत जदों असीं ट्यूबवैल दा जां असीं कह लईए घर विच असीं जदों पानी दे लई बोर करने ना, साध संगत जी पहला मिट्टी निकलती है, फिर बेला निकलती है, फिर रोड़ा वाला कड़ शुरू हो जाता, रोड़ आने शुरू हो जाते हैं ते रोड़ा का जब कड़ खत्म होता उस वेले अगे पानी चलना शुरू हो जाता। हुण जिस वेले बौली की सेवा चल रही है, भाई मानक चंद जिस वेले हुण जोर जोर के नाल उदान मार के साध संगत जी उस रोड़ा वाले कड़ नूं तोड़ते ने ना, फिर इक्के दम ही पानी की बहुत वड्डी धार जिहड़ी है ते ऊपर नूं उठदी है। भाव बहुत सारा पानी इक्के दम ऊपर नूं आउणा शुरू होता है। उठियो मानक हाले प्राण। इतना ज्यादा पानी आया कि कबीर जी कहते ने उस पानी दे विचों समा ही नहीं मिलिया भाई मानक चंद नूं कि वह बाहर निकल सके। साध संगत जी जिहड़ा पानी का वहाव भी हुंदा ना ये कोई आम गल नहीं। भाव के ਜਿਹੜੇ ਵਿਦਵਾਨ ਲੋਕ ਨੇ ਇਹ ਕਹਿੰਦੇ ਕਿ ਸਭ ਤੋਂ ਤੇਜ਼ ਭੱਜਣ ਵਾਲਾ ਜਾਨਵਰਾਂ ਦੇ ਵਿੱਚੋਂ ਘੋੜਾ ਹੁੰਦਾ ਹੈ, ਜਿਹੜਾ ਸਭ ਤੋਂ ਤੇਜ਼ ਭੱਜਦਾ ਹੈ, ਪਰ ਪਾਣੀ ਦਾ ਵਹਾਅ ਉਸ ਘੋੜੇ ਤੋਂ ਵੀ ਜ਼ਿਆਦਾ ਤੇਜ਼ ਹੁੰਦਾ ਹੈ। ਜਿਸ ਵੇਲੇ ਇਹ ਪੂਰਨ ਤੌਰ ਤੇ ਸਾਧ ਸੰਗਤ ਵਗਦਾ ਹੈ।
ਹੁਣ ਜਿਸ ਵੇਲੇ ਕਰ ਟੁੱਟਿਆ, ਇੱਕੇ ਦਮ ਪਾਣੀ ਦੀਆਂ ਧਾਰਾਂ ਜਦੋਂ ਉਤਾਂਹ ਨੂੰ ਆਉਂਦੀਆਂ ਨਾ, ਮਾਨਕ ਚੰਦ ਨੂੰ ਇੰਨਾ ਵੀ ਸਮਾਂ ਨਹੀਂ ਮਿਲਿਆ ਕਿ ਸਾਧ ਸੰਗਤ ਜੀ ਉਹ ਉਸ ਬੌੜੀ ਦੇ ਵਿੱਚੋਂ ਬਾਹਰ ਆ ਸਕਦਾ। ਸਤਿਗੁਰ ਸੁਣ ਫਿਰ ਤੰਤ ਇਹ ਕਾਨ। ਸਤਿਗੁਰੂ ਜੀ ਨੂੰ ਜਿਸ ਵੇਲੇ ਗੁਰਸਿੱਖਾਂ ਨੇ ਕਿਹਾ ਨਾ, ਸਤਿਗੁਰੂ ਜੀ ਮਾਨਕ ਚੰਦ ਤੇ ਬਾਹਰ ਹੀ ਨਹੀਂ ਨਿਕਲਿਆ। ਸਾਧ ਸੰਗਤ ਜੀ ਇਸ ਪ੍ਰਸੰਗ ਦੇ ਵਿੱਚ ਨਾ, ਇਹ ਪ੍ਰਸੰਗ ਭਾਈ ਮਾਈ ਦਾਸ ਦੇ ਨਾਲ ਜੁੜਿਆ ਹੋਇਆ, ਜਿਸ ਪ੍ਰਕਾਰ ਟੂਕ ਮਾਤਰ ਇਹ ਪ੍ਰਸੰਗ ਆਇਆ ਹੈ। ਪਰ ਜਿਸ ਵੇਲੇ ਗੁਰੂ ਰਾਮਦਾਸ ਜੀ ਦਾ ਇਤਿਹਾਸ ਚੱਲੇਗਾ ਨਾ, ਅਗਲੀ ਪੋਥੀ ਦੇ ਵਿੱਚ ਉਹ ਪ੍ਰਸੰਗ ਦੀ ਰਮਤਾ ਹੋਵੇਗੀ। ਸਾਧ ਸੰਗਤ ਜੀ ਉਸ ਵਿੱਚ ਪੂਰਾ ਜ਼ਿਕਰ ਆਵੇਗਾ ਕਿ 2 ਦਿਨ ਇਹ ਮਾਨਕ ਚੰਦ ਜਿਸ ਵੇਲੇ ਬੌੜੀ ਦਾ ਕਰ ਤੋੜਨ ਦੇ ਲਈ ਏਡਾ ਵੜਿਆ ਸੀ ਨਾ, ਤੇ 2 ਦਿਨ ਇਸ ਦਾ ਪਤਾ ਹੀ ਨਹੀਂ ਸੀ ਚੱਲਿਆ ਕਿ ਮਾਨਕ ਚੰਦ ਹੈ ਕਿੱਥੇ। 2 ਦਿਨ ਗੁਰਸਿੱਖ ਪਿਆਰੇ ਲੱਭਦੇ ਹੀ ਰਹੇ। ਜਿਸ ਵੇਲੇ ਗੁਰਸਿੱਖ ਆ ਕੇ ਦੱਸਦੇ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਕਿ ਸਤਿਗੁਰੂ ਜੀ ਜੋ ਆਪ ਜੀ ਦਾ ਪਿਆਰਾ ਮਾਨਕ ਚੰਦ ਹੈ ਨਾ, ਇਹ ਤੇ ਕੜ ਤੋੜਨ ਦੇ ਲਈ ਹੇਠਾਂ ਗਿਆ ਸੀ, ਪਰ ਅਜੇ ਤੱਕ ਬਾਹਰ ਹੀ ਨਹੀਂ ਆਇਆ। ਲੱਗਦਾ ਇਹ ਪਾਣੀ ਦੇ ਵਿੱਚ ਹੀ ਡੁੱਬ ਗਿਆ ਹੈ। ਸਤਿਗੁਰ ਸੁਣ ਫਿਰ ਤੰਤ ਇਹ ਕਾਨ। ਸਤਿਗੁਰੂ ਜੀ ਨੇ ਜਿਸ ਵੇਲੇ ਇਹ ਬਿਰਤਾਂਤ ਸੁਣਿਆ, ਅੱਜ ਵੀ ਜਿਹੜੀਆਂ ਸੰਗਤਾਂ ਸ੍ਰੀ ਗੋਇੰਦਵਾਲ ਸਾਹਿਬ ਦਰਸ਼ਨ ਕਰਨ ਜਾਂਦੀਆਂ ਨੇ ਨਾ, ਆਪ ਜੀ ਨੇ ਦੇਖਿਆ ਹੋਵੇਗਾ ਉਹ 84 ਪੌੜੀਆਂ ਨੇ। ਸਾਧ ਸੰਗਤ ਜੀ 84 ਪੌੜੀਆਂ ਹੇਠਾਂ ਉਤਰ ਕੇ ਜਦੋਂ ਅਸੀਂ ਪਹੁੰਚਦੇ ਨਾ, ਉੱਥੇ ਸਾਧ ਸੰਗਤ ਜੀ ਬੌੜੀ ਹੈ ਜਿੱਥੇ ਗੁਰਸਿੱਖ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ। ਪਰ ਜਿਸ ਵਕਤ ਅਸੀਂ ਗੁਰਦੁਆਰਾ ਸਾਹਿਬ ਦੇ ਪੂਰਨ ਥਾਂ ਤੇ ਹੁੰਦੇ ਨਾ, ਉਸ ਪਾਸੇ ਇੱਕ ਪਾਸੇ ਨੂੰ ਅਸੀਂ ਚੱਲੀ ਜੋ ਖੂਹ ਵੀ ਹੈ, ਉਸ ਖੂਹ ਦੇ ਉੱਤੇ ਜਾਲੀ ਆਦਿਕ ਲੱਗੀ ਹੋਈ ਹੈ। ਜਿਸ ਵੇਲੇ ਅਸੀਂ ਜਾਲੀ ਦੇ ਅੰਦਰ ਦੀ ਝਾੜ ਮਾਰਦੇ ਹਾਂ ਨਾ, ਤੇ ਸਾਨੂੰ ਪਤਾ ਲੱਗਦਾ ਕਿ ਇਹ ਬੌੜੀ ਕਿੰਨੀ ਡੂੰਘੀ ਹੈ। ਪਰ ਜਿਸ ਵੇਲੇ ਅਸੀਂ ਪੌੜੀ ਦਾ ਉਤਰਦੇ ਤਾਂ ਪਤਾ ਨਹੀਂ ਲੱਗਦਾ, ਪਰ ਜਦੋਂ ਉੱਪਰੋਂ ਦੇਖਦੇ ਉਦੋਂ ਪਤਾ ਲੱਗਦਾ ਕਿ ਇਹ ਬੌੜੀ ਦੀ ਡੂੰਘਾਈ ਹੈ। ਜਿਸ ਤਰ੍ਹਾਂ ਸਾਧ ਸੰਗਤ ਅਸੀਂ 3-4 ਮੰਜ਼ਿਲਾਂ ਕੋਠੇ ਦੇ ਉੱਤੇ ਚੜ੍ਹ ਜਾਈਏ ਨਾ, ਪੌੜੀਆਂ ਚੜ੍ਹਦੀਆਂ ਹੋਈਆਂ ਪਤਾ ਨਹੀਂ ਲੱਗਦਾ ਕਿ ਇਹ ਮੰਜ਼ਿਲ ਕਿੰਨੀ ਉੱਚੀ ਹੈ। ਪਰ ਜਿਸ ਵੇਲੇ ਉੱਪਰ ਦੀ ਮੰਜ਼ਿਲ ਤੋਂ ਹੇਠਾਂ ਨੂੰ ਤੱਕਿਆ ਜਾਵੇ ਨਾ, ਉਦੋਂ ਪਤਾ ਲੱਗਦਾ ਕਿ ਅਸੀਂ ਕਿੰਨੀ ਕੁ ਉਚਾਈ ਤੇ ਆਏ। ਭਾਵ ਕਿ ਬੌੜੀ ਦੇਖਣ ਤੋਂ ਸਾਧ ਸੰਗਤ ਜੀ ਇੰਨੀ ਡੂੰਘੀ ਨਹੀਂ ਲੱਗਦੀ। ਜਿਸ ਵੇਲੇ ਅਸੀਂ ਪੌੜੀਆਂ ਉੱਤਰ ਕੇ ਜਾਂਦੇ, ਕਈ ਗੁਰਸਿੱਖ ਪਿਆਰੇ ਹੁੰਦੇ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਨੇ। ਸਾਧ ਸੰਗਤ ਜੀ ਇਹ ਇੱਕ ਗੁਰਸਿੱਖ ਦੀ ਭਾਵਨਾ ਹੈ। ਪਰ ਜਿਸ ਵੇਲੇ ਅਸੀਂ ਬੌੜੀ ਦੀ ਡੂੰਘਾਈ ਦੇਖਦੇ, ਬਹੁਤ ਜ਼ਿਆਦਾ ਹੈ। ਜਿਸ ਵੇਲੇ ਭਾਈ ਮਾਨਕ ਚੰਦ ਨੇ ਕਣ ਤੋੜਿਆ ਸੀ ਨਾ, ਸਮਝ ਨਹੀਂ ਮਿਲਿਆ ਕਿ ਉਹ ਇੰਨੀ ਡੂੰਘੀ ਬੌੜੀ ਦੇ ਵਿੱਚੋਂ ਬਾਹਰ ਆ ਸਕਦਾ। ਹੁਣ ਗੁਰਸਿੱਖ ਪਿਆਰੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ ਜਾ ਕੇ ਬੇਨਤੀ ਕਰਦੇ, ਸਤਿਗੁਰੂ ਜੀ ਆਪ ਜੀ ਦੇ ਅਸ਼ੀਰਵਾਦ ਦੇ ਨਾਲ ਮਾਨਕ ਚੰਦ ਬੌੜੀ ਦੇ ਵਿੱਚ ਉਤਰਿਆ ਸੀ। ਪਰ ਸਤਿਗੁਰੂ ਜੀ ਹੁਣ ਜਦੋਂ ਬੌੜੀ ਦੇ ਵਿੱਚ ਹੀ ਡੁੱਬ ਗਿਆ, ਬਾਹਰ ਹੀ ਨਹੀਂ ਆਇਆ, ਆਪ ਜੀ ਕਿਰਪਾ ਕਰੋ। ਸਤਿਗੁਰੂ ਜੀ ਇਸ ਪੂਰੇ ਬਿਰਤਾਂਤ ਨੂੰ ਸਰਵਣ ਕਰਦੇ ਹਨ। ਮਾਨਕ ਹੋਈ ਸੋ ਵਰਤੋ ਨਾਹੀ। ਸਤਿਗੁਰੂ ਜੀ ਜਿਸ ਵੇਲੇ ਸੁਣਦੇ ਤੇ ਪ੍ਰਸੰਨ ਹੋ ਗਏ, ਕਹਿਣ ਲੱਗੇ ਇਹ ਸਾਡਾ ਮਾਨਕ ਚੰਦ ਹੈ, ਇਹ ਕਰਮ ਨਹੀਂ ਹੋਵੇਗਾ, ਮਾਨਕ ਚੰਦ ਵਰਤੋ ਨਾਹੀ। ਸਤਿਗੁਰੂ ਜੀ ਕਹਿੰਦੇ ਤੁਸੀਂ ਕਹਿੰਦੇ ਮਾਨਕ ਚੰਦ ਕਰਮ ਹੋ ਗਿਆ, ਮਰ ਗਿਆ। ਸਤਿਗੁਰੂ ਜੀ ਕਹਿਣ ਲੱਗੇ ਨਹੀਂ, ਇਹ ਸਾਡਾ ਪਿਆਰਾ ਸੇਵਕ ਹੈ। ਜੇ ਇਹਨੇ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕੀਤੀ ਹੈ ਨਾ, ਇਹ ਸਤਿਗੁਰੂ ਜੀ ਆਪਣੇ ਪਿਆਰੇ ਨੂੰ ਹੱਥ ਦੇ ਕੇ ਵੀ ਰੱਖਣਗੇ। ਇਹ ਸਤਿਗੁਰੂ ਜੀ ਦੀ ਵਡਿਆਈ ਹੈ। ਇਹ ਆਵੋ ਤਿਸ ਕੋ ਹਮ ਪਾਈ। ਸਤਿਗੁਰੂ ਜੀ ਕਹਿਣ ਲੱਗੇ ਇੱਕ ਵਾਰ ਮਾਨਕ ਚੰਦ ਨੂੰ ਤੁਸੀਂ ਸਾਡੇ ਕੋਲ ਲੈ ਕੇ ਤੇ ਆਵੋ। ਸਤਿਗੁਰੂ ਜੀ ਨੇ ਗੁਰਸਿੱਖ ਪਿਆਰਿਆਂ ਨੂੰ ਉਸ ਵੇਲੇ ਇਹ ਹੁਕਮ ਕੀਤਾ ਹੈ। ਸੁਣ ਮਾਨਕ ਕੋ ਲਿਆਏ ਨਿਕਾਸ। ਉਸ ਵੇਲੇ ਗੁਰਸਿੱਖ ਪਿਆਰੇ ਹੁਣ ਫਿਰ ਦੁਬਾਰਾ ਬੌੜੀ ਦੇ ਕੋਲ ਜਾਂਦੇ ਨੇ। ਉਸ ਵੇਲੇ ਤੱਕ ਇਹ ਬੌੜੀ ਦਾ ਜਲ ਬਹੁਤ ਸਾਰਾ ਉੱਪਰ ਆ ਚੁੱਕਾ ਹੈ, ਜਿਸ ਕਾਰਨ ਭਾਈ ਮਾਨਕ ਚੰਦ ਵੀ ਉੱਪਰ ਆ ਗਏ। ਜਿਸ ਵੇਲੇ ਮਾਨਕ ਚੰਦ ਨੂੰ ਗੁਰਸਿੱਖਾਂ ਨੇ ਵੇਖਿਆ ਨਾ, ਭਾਈ ਮਾਨਕ ਚੰਦ ਦੇ ਪੇਟ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਚੁੱਕਾ ਹੈ, ਸਰੀਰ ਫੁੱਲਿਆ ਹੋਇਆ। ਭਾਈ ਮਾਨਕ ਚੰਦ ਨੂੰ ਉਸ ਵੇਲੇ ਗੁਰਸਿੱਖਾਂ ਨੇ ਬਾਹਰ ਕੱਢਿਆ। ਸਾਧ ਸੰਗਤ ਅੱਜ ਵੀ ਜਿਸ ਵੇਲੇ ਕੋਈ ਪਾਣੀ ਦੇ ਵਿੱਚ ਜ਼ਿਆਦਾ ਡੂੰਘਿਆ ਚਲਿਆ ਜਾਵੇ ਨਾ, ਡੁੱਬਣ ਲੱਗ ਪਵੇ, ਉਹਦੇ ਸਰੀਰ ਦੇ ਵਿੱਚ ਪਾਣੀ ਭਰ ਜਾਂਦਾ। ਇਹ ਸਿਆਣੇ ਕਹਿੰਦੇ ਨੇ ਕਿ ਜਿਹਦੇ ਪੇਟ ਵਿੱਚ ਪਾਣੀ ਭਰ ਗਿਆ ਨਾ, ਉਸ ਨੂੰ ਪੇਟ ਦੇ ਭਾਰ ਲਟਾ ਦੇਣਾ ਚਾਹੀਦਾ। ਜੇ ਲਟਾਈ ਤੇ ਪਾਣੀ ਬਾਹਰ ਨਿਕਲ ਜਾਂਦਾ, ਦੂਜਾ ਘੜੇ ਦੇ ਉੱਤੇ ਲਟਾ ਦੇਣਾ ਚਾਹੀਦਾ, ਜਿਸ ਕਾਰਨ ਅੰਦਰਲਾ ਪਾਣੀ ਸਾਰਾ ਬਾਹਰ ਆ ਜਾਂਦਾ ਤੇ ਬੰਦਾ ਬਚ ਜਾਂਦਾ। ਹੁਣ ਮਾਨਕ ਚੰਦ ਨੂੰ ਜਿਸ ਵੇਲੇ ਗੁਰਸਿੱਖਾਂ ਨੇ ਬਾਹਰ ਕੱਢਿਆ, ਸਤਿਗੁਰੂ ਜੀ ਦੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਝੁਕ ਕੇ ਲਏ ਹੁੰਦੇ ਹਨ। ਕਰਿਓ
ਮਾਨ ਕਰ ਸਤਿਗੁਰ ਪਾਸ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲਿਆ ਕੇ ਨਾ ਉਹਨਾਂ ਨੇ ਸਾਧ ਸੰਗਤ ਜੀ ਉਸ ਵੇਲੇ ਮਾਨਕ ਚੰਦ ਨੂੰ ਲਟਾ ਦਿੱਤਾ ਹੈ। ਦਾਹਨ ਚਰਨ ਸੀਸ ਕੋ ਛਾਇਓ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਮੌਜ ਵਿੱਚ ਹੁੰਦੇ ਨੇ ਤੇ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਆਪਣਾ ਪੈਰ ਜਿਹੜਾ ਸੀ ਉਸ ਦੇ ਸਰੀਰ ਨੂੰ ਸੁਹਾਵਾ ਕੀਤਾ ਹੈ। ਉਠ ਬੈਠਿਓ ਜਨ ਸੁਪਤ ਜਗਾਇਓ। ਸਤਿਗੁਰੂ ਜੀ ਨੇ ਪਰਮਾਤਮਾ ਦੇ ਚਰਨਾਂ 'ਚ ਜੋਦਰੀ ਕੀਤੀ। ਜਿਸ ਮਾਨਕ ਚੰਦ ਨੂੰ ਲੋਕ ਮਰਿਆ ਜਾ ਕਹਿ ਰਹੇ ਸੀ ਨਾ, ਸਾਧ ਸੰਗਤੋਂ ਬੇਹੋਸ਼ੀ ਦੀ ਹਾਲਤ ਵਿੱਚ ਗਿਆ ਹੋਇਆ ਸੀ, ਜਿਹੜਾ ਕਿ 9/9 ਹੋ ਜਾਂਦਾ, ਸਹੀ ਸਲਾਮਤ ਹੋ ਜਾਂਦਾ ਹੈ। ਸਿਰ ਪਰ ਸਤਿਗੁਰ ਨੇ ਕਰ ਫੇਰਾ। ਸਤਿਗੁਰੂ ਜੀ ਨੇ ਫਿਰ ਆਪਣਾ ਮੇਰਾ ਭਰਿਆ ਹੱਥ ਜਿਹੜਾ ਸੀ ਨਾ ਇਹ ਮਾਨਕ ਚੰਦ ਦੇ ਸਿਰ ਪਰ ਸਤਿਗੁਰੂ ਜੀ ਨੇ ਫੇਰਿਆ ਹੈ। ਭਇਓ ਪ੍ਰਕਾਸ਼ ਵਿਨਾਸ਼ ਅੰਧੇਰਾ। ਸਤਿਗੁਰੂ ਜੀ ਕਹਿਣ ਲੱਗੇ ਮਾਨਕ ਚੰਦ ਤੂੰ ਇਸ ਬੌੜੀ ਦੀ ਸੇਵਾ ਭਾਵਨਾ ਦੇ ਨਾਲ ਕੀਤੀ ਹੈ, ਸਤਿਗੁਰੂ ਜੀ ਤੇਰੇ ਤੇ ਕਿਰਪਾ ਕੀਤੀ। ਜਿਹੜੀਆਂ ਸਤਿਗੁਰੂ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ ਨਾ ਗੁਰੂ ਅਮਰਦਾਸ ਜੀ ਨੇ ਸਾਧ ਸੰਗਤ ਜੀ ਜੋ ਧਰਮ ਦੇ ਪ੍ਰਚਾਰ ਦੇ ਲਈ 22 ਗੁਰਸਿੱਖ ਪਿਆਰਿਆਂ ਨੂੰ ਜ਼ਿੰਮੇਵਾਰੀ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ। ਇੱਥੇ ਸਤਿਗੁਰੂ ਜੀ ਨੇ ਗੁਰਸਿੱਖ ਬੀਬੀਆਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਸੀ ਤੇ 52 ਸਤਿਗੁਰੂ ਜੀ ਨੇ ਪੀੜੇ ਸਥਾਪਿਤ ਕੀਤੇ ਸੀ। ਗੁਰਸਿੱਖ ਬੀਬੀਆਂ ਨੂੰ ਸਤਿਗੁਰੂ ਜੀ ਨੇ ਕਿਹਾ ਸੀ ਤੁਸੀਂ ਆਪਣੇ ਨਗਰਾਂ ਦੇ ਵਿੱਚ ਗੁਰੂ ਦੀ ਸਿੱਖਿਆ ਦਾ ਪ੍ਰਚਾਰ ਕਰਨਾ। ਜਿੱਥੇ ਤੁਸੀਂ ਆਪ ਬਾਣੀ ਪੜ੍ਹਨੀ ਹੈ ਨਾ ਉੱਥੇ ਹੋਰਨਾਂ ਨੂੰ ਵੀ ਬਾਣੀ ਦੇ ਨਾਲ ਜੋੜਨਾ ਹੈ। ਤੇ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਕਿਹਾ ਸੀ ਤੁਸੀਂ ਦੂਰ ਦੂਰ ਤੱਕ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ। ਕਦੇ ਕਦੇ ਸਾਧ ਸੰਗਤ ਦੀ ਮਨ ਦੇ ਵਿੱਚ ਵਿਚਾਰ ਹੁੰਦਾ ਕਿ ਕੁਝ ਪਰੰਪਰਾਵਾਂ ਨੇ ਜਿਹੜੀਆਂ ਕਿ ਸਾਡੇ ਗੁਰਸਿੱਖ ਪਿਆਰਿਆਂ ਨੇ ਆਰੰਭ ਕੀਤੀਆਂ ਨੇ, ਪਰ ਕੁਝ ਪਰੰਪਰਾਵਾਂ ਨੇ ਜਿਹੜੀਆਂ ਸਾਡੇ ਗੁਰੂ ਨੇ ਆਰੰਭ ਕੀਤੀਆਂ। ਜਿਹੜੀਆਂ ਗੁਰੂ ਨੇ ਪਰੰਪਰਾਵਾਂ ਆਰੰਭ ਕੀਤੀਆਂ ਨਾ ਉਹਨਾਂ ਪਰੰਪਰਾਵਾਂ ਦੇ ਵਿੱਚੋਂ ਪਰੰਪਰਾ ਹੈ ਦਸਵੰਧ ਕਰਨਾ। ਭਾਵ ਕਿ ਜਿਹੜੀ ਅਸੀਂ ਕਿਰਤ ਕਮਾਈ ਕਰਨੀ ਹੈ ਨਾ, ਮਿਹਨਤ ਕਰਨੀ ਹੈ, ਉਸ ਦਾ ਦਸਵੰਧ ਗੁਰੂ ਦੇ ਚਰਨਾਂ ਦੇ ਵਿੱਚ ਭੇਜਣਾ ਹੈ, ਭੇਟਾ ਕਰਨਾ ਹੈ। ਤੇ ਇਹ ਜੋ ਦਸਵੰਧ ਸੀ ਜ਼ਰੂਰੀ ਵੀ ਹੈ ਕਿ ਇਸ ਨੂੰ ਯੋਗ ਥਾਂ ਦੇ ਉੱਤੇ ਵਰਤਿਆ ਜਾਵੇ। ਸਾਧ ਸੰਗਤ ਗੁਰੂ ਅਰਜਨ ਦੇਵ ਜੀ ਦੀ ਅਸੀਂ ਸ਼ਹੀਦੀ ਦੀ ਗੱਲ ਕਰਦੇ ਹਾਂ ਨਾ, ਆਪ ਜੀ ਨੇ ਕਈ ਵਾਰ ਇਹ ਪ੍ਰਸੰਗ ਵੀ ਸੁਣਿਆ ਹੋਵੇਗਾ। ਗੁਰੂ ਅਰਜਨ ਦੇਵ ਜੀ ਨੂੰ ਜਦੋਂ ਸ਼ਹੀਦ ਕੀਤਾ ਜਾਣਾ ਤੇ ਸਤਿਗੁਰੂ ਜੀ ਦੇ ਲਈ ਇੱਕ ਸ਼ਰਤ ਵੀ ਹੈ। ਸਤਿਗੁਰੂ ਜੀ ਦੇ ਵੀ ਸ਼ਰਤਾਂ ਸੀ ਚੰਦੂ ਦੀ ਧੀ ਦਾ ਰਿਸ਼ਤਾ ਪ੍ਰਵਾਨ ਕਰ ਲਵੋ ਤੁਹਾਨੂੰ ਛੱਡ ਦਿੱਤਾ ਜਾਵੇਗਾ। ਦੂਜਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਸਿੱਖ ਲਿਖ ਦੇਵੋ ਤੁਹਾਨੂੰ ਛੱਡ ਦਿੱਤਾ ਜਾਵੇਗਾ। ਤੀਜਾ ਸੀ ਤੁਸੀਂ ਸ਼ਹਿਜ਼ਾਦਾ ਖੁਸਰੋ ਦੀ ਮਦਦ ਕੀਤੀ ਹੈ, ਇਸ ਦੋਸ਼ ਦੇ ਵਜੋਂ ਤੁਸੀਂ 2 ਲੱਖ ਰੁਪਇਆ ਜੁਰਮਾਨਾ ਭਰ ਦਿਓ ਤੁਹਾਨੂੰ ਛੱਡ ਦਿੱਤਾ ਜਾਵੇਗਾ। ਪਰ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਾ ਗਿਆ ਨਾ, ਸਤਿਗੁਰੂ ਜੀ ਨੇ ਬੜਾ ਕਮਾਲ ਦਾ ਜਵਾਬ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ? ਕਾਰਨ ਇਹ ਹੈ ਸਿੱਖ ਧਰਮ ਦੇ ਵਿੱਚ ਸ਼ਹਾਦਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਆਰੰਭ ਹੋ ਜਾਂਦੀਆਂ। ਭਾਈ ਗੁਰਦਾਸ ਜੀ ਕਹਿੰਦੇ ਤਾਰੂ ਪੋਪਟ ਤਾਰਿਆ ਗੁਰਮੁਖ ਬਾਲਕ ਭਾਏ ਸੁਬਾਸੀ। ਇਹ ਭਾਈ ਤਾਰੂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਸੀ ਜਿਸ ਨੂੰ ਕਿ ਸਾਧ ਸੰਗਤ ਜੀ ਸ਼ਹੀਦ ਕਰ ਦਿੱਤਾ ਗਿਆ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਦੀ ਧਰਤੀ ਤੇ ਜਾਂਦੇ, ਇੱਥੇ ਕਾਜੀ ਰੁਕਨਦੀਨ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਤੋਂ ਬੜਾ ਪ੍ਰਭਾਵਿਤ ਹੋਇਆ, ਇਸ ਨੂੰ ਪੱਥਰ ਮਾਰ ਕੇ ਧਰਮ ਦੇ ਆਗੂਆਂ ਨੇ ਮਰਵਾ ਦਿੱਤਾ ਸੀ। ਸ਼ਹਾਦਤਾਂ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋਈਆਂ। ਪਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਤਾਂ ਹੀ ਕਿਹਾ ਜਾਂਦਾ। ਸਤਿਗੁਰੂ ਜੀ ਦੇ ਅੱਗੇ ਰਸਤੇ ਨੇ ਬਚਾ ਹੋ ਸਕਦਾ, ਪਰ ਸਤਿਗੁਰੂ ਜੀ ਨੇ ਸਾਧ ਸੰਗਤ ਸ਼ਹਾਦਤ ਪ੍ਰਵਾਨ ਕੀਤੀ। ਜਦੋਂ ਸਤਿਗੁਰੂ ਜੀ ਨੂੰ ਕਿਹਾ ਗਿਆ ਨਾ ਚੰਦੂ ਦੀ ਧੀ ਦਾ ਰਿਸ਼ਤਾ ਪ੍ਰਵਾਨ ਕਰਨਾ, ਸਤਿਗੁਰੂ ਜੀ ਨੇ ਕਿਹਾ ਸੀ ਚੰਦੂ ਆਪਣੇ ਆਪ ਦਾ ਹੰਕਾਰ ਕਰਦਾ, ਆਪਣੇ ਆਪ ਨੂੰ ਵੱਡਿਆਂ ਦੱਸਦਾ, ਗੁਰੂ ਨਾਨਕ ਦੇ ਘਰ ਨੂੰ ਛੋਟਿਆਂ ਦੱਸਦਾ। ਸਤਿਗੁਰੂ ਜੀ ਨੇ ਕਿਹਾ ਜਿੱਦੀ ਵੀ ਸੰਗਤ ਨੇ ਮਨਾ ਕੀਤਾ ਅਸੀਂ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਦੇ। ਦੂਜਾ ਸਤਿਗੁਰੂ ਜੀ ਨੇ ਕਿਹਾ ਗਿਆ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਲਿਖਣ ਲਈ, ਸਤਿਗੁਰੂ ਜੀ ਨੇ ਕਿਹਾ ਇਸ ਗ੍ਰੰਥ ਦੇ ਵਿੱਚ ਕੇਵਲ ਅਕਾਲ ਪੁਰਖ ਦੀ ਸਿਫਤ ਹੈ, ਕਿਸੇ ਦੂਜੇ ਦੀ ਸਿਫਤ ਨਹੀਂ ਲਿਖੀ ਜਾ ਸਕਦੀ। ਤੀਜਾ ਕਿਹਾ ਕਿ 2 ਲੱਖ ਰੁਪਇਆ ਜੁਰਮਾਨਾ ਭਰ ਦਿਓ। ਸਤਿਗੁਰੂ ਜੀ ਨੇ ਕਿਹਾ ਸੀ ਜਿਹੜੀ ਸਾਡੇ ਕੋਲ ਮਾਇਆ ਹੁੰਦੀ ਹੈ ਨਾ, ਇਹ ਮਾਇਆ ਸੰਗਤ ਦੀ ਇਹ ਦਸਵੰਧ ਦੀ ਮਾਇਆ ਹੈ। ਇਸ ਮਾਇਆ ਦੇ ਨਾਲ ਗੁਰੂ ਦੇ ਲੰਗਰ ਤੇ ਚਲਾਏ ਜਾ ਸਕਦੇ ਨੇ, ਇਸ ਮਾਇਆ ਦੇ ਨਾਲ ਖੂਹ ਦੇ ਬਣਵਾਏ ਜਾ ਸਕਦੇ ਨੇ, ਬੌਲੀਆਂ ਬਣਵਾਈਆਂ ਜਾ ਸਕਦੀਆਂ। ਸਤਿਗੁਰੂ ਜੀ ਨੇ ਲਾਹੌਰ ਦੇ ਪ੍ਰਤੀ ਬਾਜ਼ਾਰ ਵਿੱਚ ਬੌਲੀ ਬਣਾਈ। ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ ਨਾ
ਧੰਨ ਜਾਓ। ਸਤਿਗੁਰੂ ਜੀ ਨੇ 6000 ਰੁਪਏ ਵਾਲਾ ਇੱਥੇ ਖੂਹ ਚਲਾਇਆ ਸੀ। ਸਤਿਗੁਰੂ ਜੀ ਕਹਿੰਦੇ ਇਸ ਮਾਇਆ ਦੇ ਨਾਲ ਖੂਹ ਦੇ ਬਣਾਏ ਜਾ ਸਕਦੇ ਨੇ। ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਜਾਂਦੇ, ਨੇੜੇ ਹੈ ਸਾਧ ਸੰਗਤ ਜੀ ਤਰਨਤਾਰਨ ਸਾਹਿਬ, ਉੱਥੇ ਸਥਾਨੇ ਸ੍ਰੀ ਦਰਬਾਰ ਸਾਹਿਬ ਸਤਿਗੁਰੂ ਜੀ ਨੇ ਬਹੁਤ ਵੱਡਾ ਸਰੋਵਰ ਬਣਾਇਆ, ਲਗਭਗ 25 ਕਿੱਲਿਆਂ ਦੇ ਵਿੱਚ ਸਾਧ ਸੰਗਤ ਦੇ ਸਰੋਵਰ ਹੈ। ਸਤਿਗੁਰੂ ਜੀ ਨੇ ਕਿਹਾ ਇਸ ਮਾਇਆ ਦੇ ਨਾਲ ਸਰੋਵਰ ਤੇ ਬਣਾਏ ਜਾ ਸਕਦੇ ਨੇ, ਇਸ ਮਾਇਆ ਦੇ ਨਾਲ ਦਵਾਖਾਨਾ ਤੇ ਬਣਾਇਆ ਜਾ ਸਕਦਾ, ਕਾਲ ਪੈ ਜਾਵੇ ਇਸ ਮਾਇਆ ਦੇ ਨਾਲ ਰੋਗੀਆਂ ਦਾ ਇਲਾਜ ਤੇ ਕੀਤਾ ਜਾ ਸਕਦਾ। ਪਰ ਸਤਿਗੁਰੂ ਜੀ ਕਹਿੰਦੇ ਇਹ ਮਾਇਆ ਅਸੀਂ ਆਪਣੇ ਨਿੱਜ ਲਈ ਨਹੀਂ ਵਰਤਣੀ। ਸੰਗਤ ਕਿੰਨੀ ਵੱਡੀ ਗੱਲ। ਸਤਿਗੁਰੂ ਜੀ ਨੇ ਕਿਹਾ ਇਹ ਮਾਇਆ ਸੰਗਤ ਦੀ ਹੈ, ਸੰਗਤ ਦੇ ਕਾਰਜਾਂ ਦੇ ਲਈ ਤੇ ਵਰਤੀ ਜਾ ਸਕਦੀ ਹੈ, ਪਰ ਇਹ ਮਾਇਆ ਅਸੀਂ ਆਪਣੇ ਬਚਾਅ ਦੇ ਲਈ ਨਹੀਂ ਵਰਤਣੀ। ਸਤਿਗੁਰੂ ਜੀ ਨੇ ਸਾਧ ਸੰਗਤ ਦੇ ਮਹਾਨ ਦੱਸ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਧ ਸੰਗਤ ਕਿਹਾ ਸੀ ਇਹ ਮਾਇਆ ਸੰਗਤ ਦੀ ਹੈ, ਸੰਗਤ ਦੇ ਲਈ ਹੀ ਵਰਤੀ ਜਾ ਸਕਦੀ ਹੈ। ਤੇ ਜਿਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹੁਣ ਭਾਈ ਮਾਨਕ ਚੰਦ ਜੀ ਨੇ ਸਤਿਗੁਰੂ ਜੀ ਕਹਿਣ ਲੱਗੇ ਮਾਨਕ ਚੰਦ ਤੂੰ ਭਾਵਨਾ ਦੇ ਨਾਲ ਸੇਵਾ ਕੀਤੀ ਹੈ, ਸਤਿਗੁਰੂ ਜੀ ਤੇਰੇ ਤੇ ਕਿਰਪਾ ਕਰਨਗੇ, ਤੇਰੇ ਤੇ ਪ੍ਰਸੰਨ ਹੋਣਗੇ। ਦਾਸ ਬੇਨਤੀ ਕਰ ਰਿਹਾ ਸੀ ਇਹ ਗੁਰੂ ਦੀ ਦਰਸਾਈ ਮਰਿਆਦਾ। ਅੱਜ ਸਾਧ ਸੰਗਤ ਦੀ ਸੱਚਾਈ ਹੈ, ਬਹੁਤ ਸਾਰੇ ਘੱਟ ਗੁਰਸਿੱਖ ਨੇ ਜਿਹੜੇ ਕਿ ਦਸਵੰਧ ਕੱਢ ਗਏ। ਦੂਜਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੀ ਹੈ। ਪ੍ਰਚਾਰ ਕੱਲਾ ਗ੍ਰੰਥੀ ਸਿੰਘ, ਕੱਲਾ ਕਥਾਵਾਚਕ, ਕੱਲਾ ਰਾਗੀ ਸਿੰਘ ਦਾ ਫਰਜ਼ ਨਹੀਂ, ਗੁਰਸਿੱਖ ਹੋਣ ਦੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ। ਅਸੀਂ ਸਾਧ ਸੰਗਤ ਜੀ ਪ੍ਰਚਾਰ ਕਰਦੇ, ਪਰ ਅਸੀਂ ਵੇਖਦੇ ਹਾਂ ਕਿ ਨਾ ਤੇ ਸਿੱਖ ਵੀਰ ਆਪ ਪ੍ਰਚਾਰ ਕਰਦੇ, ਨਾ ਸਿੱਖ ਭੈਣਾਂ ਪ੍ਰਚਾਰ ਕਰਦੇ। ਪਰ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਸੇਧ ਲਈਏ, ਸਤਿਗੁਰੂ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ, 52 ਪੀੜੇ ਸਥਾਪਿਤ ਕੀਤੇ, ਕਿਹਾ ਸੀ ਤੁਸੀਂ ਪ੍ਰਚਾਰ ਕਰਨਾ। ਉਹਨਾਂ 22 ਪ੍ਰਚਾਰਕਾਂ ਦੇ ਵਿੱਚੋਂ ਇੱਕ ਪ੍ਰਚਾਰਕ ਭਾਈ ਮਾਨਕ ਚੰਦ ਵੀ ਹੈ, ਜਿਨੇ ਅਸੀਂ ਹੁਣੇ ਸ਼ਰਵਣ ਕੀਤਾ ਕਿ ਇਸ ਬੌੜੀ ਦੇ ਕੜ ਨੂੰ ਤੋੜਨਾ ਕੀਤਾ ਹੈ। ਸਭ ਰਿਤ ਸਿਧ ਬਖਸ਼ਣ ਕੋ ਕਰਿਓ। ਸਤਿਗੁਰੂ ਜੀ ਕਹਿਣ ਲੱਗੇ ਭਾਈ ਮਾਨਕ ਚੰਦ ਹੁਣ ਤੂੰ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ, ਪਰਮਾਤਮਾ ਕਿਰਪਾ ਕਰੇਗਾ, ਇਹ ਰਿਧੀਆਂ ਸਿੱਧੀਆਂ ਤੇਰੇ ਪਿੱਛੇ ਲੱਗੀਆਂ ਫਿਰਨਗੀਆਂ। ਨਾਮ ਜੀਵੜਾ ਤਿਸ ਕੋ ਧਰਿਓ। ਸਤਿਗੁਰੂ ਜੀ ਕਹਿਣ ਲੱਗੇ ਜਿੱਥੇ ਤੂੰ ਆਪ ਨਾਮ ਜਪਣਾ ਹੈ ਮਾਨਕ ਚੰਦ, ਤੂੰ ਹੋਰਾਂ ਨੂੰ ਵੀ ਪ੍ਰੇਰਿਤ ਕਰਨਾ ਹੈ। ਮਾਈ ਦਾਸ ਹਕਾਰਿਓ ਪਾਸ। ਉਸ ਵੇਲੇ ਸਤਿਗੁਰੂ ਜੀ ਨੇ ਹੁਣ ਮਾਈ ਦਾਸ ਨੂੰ ਵੀ ਆਪਣੇ ਕੋਲ ਸੱਦਿਆ ਹੈ। ਸਤਿਗੁਰ ਕੀ ਨਸਬਾਕ ਪ੍ਰਕਾਸ਼। ਅਤੇ ਸਤਿਗੁਰੂ ਜੀ ਨੇ ਆਪਣੇ ਮਕਾਰ ਬਿੰਦ ਤੋਂ ਭਾਈ ਮਾਈ ਦਾਸ ਨੂੰ ਇਹ ਬਚਨ ਕੀਤਾ ਹੈ। ਓਏ ਗੁਰੂ ਇਹ ਮਾਨਕ ਚੰਦ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਮਾਈ ਦਾਸ ਅੱਜ ਤੋਂ ਤੇਰਾ ਉਸਤਾਦ ਇਹ ਮਾਨਕ ਚੰਦ ਹੈ। ਅੱਜ ਤੋਂ ਤੇਰਾ ਉਸਤਾਦ ਇਹ ਮਾਨਕ ਚੰਦ ਹੈ, ਜਿਹੜਾ ਕਿ ਤੈਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਨ ਦੀ ਜੁਗਤ ਸਮਝਾਵੇਗਾ। ਰਾਖੋ ਇਨ ਸੋ ਪ੍ਰੇਮ ਬਿਲੰਦ। ਕਹਿਣ ਲੱਗੇ ਕਿ ਇਸ ਮਾਈ ਦਾਸ ਨੂੰ ਕਹਿਣ ਲੱਗੇ ਮਾਨਕ ਚੰਦ ਦੇ ਨਾਲ ਤੂੰ ਪ੍ਰੇਮ ਰੱਖਣਾ, स्नेह करना है, दिलों सत्कार करना है। मंत्र आपनो तोहे बताए। उस वेले सतगुरु जी कह लगे कहते मानक चंद इस नूं तुसीं हुण गुरमुखी सिखाउणा करो। तिलक गुरमुखी मस्तक लाए। आपे इस नूं गुरमुखी अखरां दा ज्ञान करो। देखो साध संगत जी प्रसंग दे विच भी ये जिक्र आया। सतगुरु गुरु अंगद देव जी महाराज ने कृपा की। गोਇੰਦਵਾਲ सतगुरु जी जिस वेले खडूर साहब की पावन धरती पर विराजमान ने, उथे सतगुरु जी गुरमुखां नूं, गुरसिख बच्चिआं नूं, बालकां नूं सतगुरु जी गुरमुखी सिखाया करते सी। अज साध संगत जरूरी है गुरसिख नूं वध तों वध भाषावां दा ज्ञान होना चाहिए। सतगुरु जी के प्यारिआं नूं कल्ली पंजाबी नहीं, उसनों इंग्लिश भी आनी चाहिए है, हिंदी भाषा आनी चाहिए, संस्कृत आनी चाहिए। क्योंकि गुरु कलगीधर का इतिहास पढ़िए ना, सतगुरु जी ने अपने कोलों 5 गुरसिखां नूं भेजिया सी कि जाओ जाके तुसीं संस्कृत सिख के आओ तो सानूं ज्ञान मिलेगा। ਵੱਖ-ਵੱਖ ਭਾਸ਼ਾਵਾਂ ਦਾ ज्ञान होना कोई माड़ी गल नहीं, गुरसिख नूं ज्ञान होना बहुत जरूरी है। पर जरूरी है कि उसनूं पंजाबी भाषा कम से कम जरूर आउंदी हो। साध संगत जी असीं ज़्यादातर बच्चों दीयां क्लासां लाउंदे हां ते जिस वेले असीं बच्चों दीयां क्लासां लाउंदे हां
तो बच्चों को पुछते तुहानू पाठ आता है, गुरबाणी का जाप कर लेंगे? बच्चे कहते कि हाँ सानू पाठ आता, पर जिस वेले असीं कहने कि वो हिंदी च पाठ करके दसदे, जिस वेले हिंदी जो वो पाठ करते हैं ना, तो साध संगत जी उस वेले उचारण के विच बहुत ज़्यादा वो फर्क पा देंगे। गुरु ग्रंथ साहिब महाराज के विच अनेकों भाषावां, सतगुरु जी के विच गुरमुखी भी है। ससै सोए सृट जन साजी सवना साहिब एक भया, सेवक ईचत जिनका लागा आया तिनका सबल भया। सतगुरु जी के विच शुद्ध फारसी भी है। जग अज गुप्तम पेश ओदर घोष गुण करतार, हका कबीर करीम तू बैब परवदगार। दुनिया मकामे फानी तहकीक दिल दानी, मानसा मोए जराइल गिरफते दिल हेतना दानी। जट पिसर पदर बिरादना का स्नेस दस्तन गीर, आखिर व्यक्तम कसना दाद तू सबद तकबीर। सब रोज दस्तम दर हवा कर देव बदी किया, बाहे न लेके कार करदम मम ईच नी अहवाल। बद भगत हम चुप वकील गाफिल बेनजर बेबाग, नानक बगोद जन गुणा तेरे चक ना पाका। शुद्ध फारसी का शब्द गुरु ग्रंथ साहिब महाराज जी है। इसे तरह मारवाड़ी भाषा का शब्द आया, गर्भ गहलो मूलो हियो रे, हियो महराज की मायो डीर न्याई वो पाक्यो रे। कणो 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 सब लोड़े गंगाने कैसे पायो रे। सतगुरु जी ने शुद्ध मारवाड़ी भाषा का शब्द। इसी तरह ब्रज भाषा के जब सतगुरु गुरु ग्रंथ साहिब महाराज बताए, पर ये सारी बाणी ही सतगुरु जी ने कृपा की गुरमुखी के विच लिखी। जरूरी है सानू भाषावां का ज्ञान होवे, कोई माड़ी गल नहीं। ये ना हो कि गुरसिख प्यारे को हिंदी ना पढ़नी आती हो, इंग्लिश ना पढ़नी आती हो, पर सब तो जरूरी है उसको गुरमुखी आवे। अज असीं वेखदे ना कि सिख घरां दे विच ही सिख बच्चों के नाल माँ बाप की गल करते हैं तो हिंदी में गल करते हैं। स्कूल में असीं बच्चों को पढ़ाउणा है, साडा फर्ज बनदा, साडे बच्चे इंटैलीजेंट होने चाहिए। पर दूजे पासे इन्ना भी नहीं कि असीं बच्चों को पंजाबी भाषा ही छड़ा देंगे। साध संगत जी, जे असीं पंजाबी को दूर कर देवांगे तो एक गल मान लईए, असीं बच्चों को गुरबाणी तो भी दूर कर देंगे। कला असीं पंजाबी नहीं छड़ा रहे, उसनूं असीं गुरु ग्रंथ साहिब महाराज की गुरबाणी नहीं छड़ा रहे। इसलिए जरूरी है बच्चों को गुरु के चरणों के नाल जोड़दे होइआं उन्हां नूं गुरमुखी कम से कम जरूर सिखाइए। साध संगत जी, एक घटना है, एक पत्रकार ने लिखी, कहता कि जिस वेले मैं इंग्लैंड गया ना, उत्थे परमात्मा ने कृपा की कि मैं उत्थे रहना शुरू कर दिया। जिस वेले मैं रहा, समय के नाल मैं अपने परिवार को भी उत्थे रह गया। पर जिस वेले मैं अपने बच्चे को हम स्कूल के एडमिशन करवानी सी ना, कहता सब तो वड्डी मेरे लिए मुश्किल ये सी कि मैं पंजाबी पढ़ने वाला। वो पत्रकार ने लिखा, कहता कि मैं पंजाबी पढ़ने वाला सी, मेरी घर की मेरी पत्नी भी पंजाबी पढ़ने वाली सी, तो मैं सोचता सी हुण बच्चे को स्कूल में पाउणा, इत्थे मैं बाहर के विदेश में हाँ, मैं विदेश में बच्चे को स्कूल पढ़ने पाउणा, तो जरूरी है कि मेरे बच्चे को इंग्लिश बहुत ज़्यादा आती होवे। कहता मैं जिस वेले स्कूल गया ना, मैं उत्थे प्रिंसीपल को जाके मिलिया। प्रिंसीपल को जो पता लगा कि मैं पंजाबी हाँ, तो कहते उसने एक टीचर को बुलाया जिहड़ा कि बड़ी बढ़िया पंजाबी बोलता सी। जिस वेले कहता वो टीचर आया ना, मैं उहदे नाल गलबात की, फिर मैं कहा कि मेरा बच्चा पढ़ाई में चलते जाएगा, भाव कि ये पंजाबी बोलता रहा अज तक, सानू इंग्लिश आती नहीं, ये इस स्कूल में पढ़ेगा, इंग्लिश में पढ़ावोगी कि ये चल जाएगा। तो कहता उस टीचर ने बड़ा वधिया जवाब दिता, कह लगा तुसी पंजाबी हो तो साडा फर्ज बनदा तुसी बच्चे को पंजाबी भाषा के निपुण करो, बाकी दूजियां भाषावां का तुसी चिंता छड्ड लो, इंग्लिश वगैरह असीं इसनूं आपे सिखा देवांगे। साध संगत जी, अज असीं ਜਦੋਂ इथों की गल करते हैं, साडे बच्चों को साध संगत जी पंजाबी भाषा आउंदी नहीं। किसी बच्चे को असीं कह लईए पंजाबी दे विच नंबर बोलना, वो नंबर तक भी फोन का नहीं बोल सकता। साध संगत जी, असीं किहड़े पासे जांदे बच्चों को असीं दूजियां भाषावां सिखाउणियां, पर इहदे नाल गुरमुखी जरूर सिखाइए। जे गुरमुखी सिखावांगे साडे बच्चे तां ही गुरु की बाणी पढ़ सकणगे। जे गुरमुखी नहीं ना सिखावांगे तो साडे बच्चे गुरबाणी तो भी दूर हो जाएंगे। हुण माई दास गुरु के चरणों च आया, सतगुरु जी ने मानक चंद नूं
ਇਹ ਬਖਸ਼ਿਸ਼ ਕਰ ਦਿੱਤੀ, ਜ਼ਿੰਮੇਵਾਰੀ ਦੇ ਦਿੱਤੀ ਹੈ ਕਿ ਮਾਨਕ ਚੰਦ ਤੈਨੂੰ ਗੁਰਮੁਖੀ ਸਿਖਾਵੇਗਾ। ਸਤਿਗੁਰ ਕੀਨ ਸਬਾਗ ਪ੍ਰਕਾਸ਼। ਸਤਿਗੁਰੂ ਜੀ ਨੇ ਉਸ ਵੇਲੇ ਦੋਹਾਂ ਹੀ ਗੁਰਮੁਖ ਪਿਆਰਿਆਂ ਨੂੰ ਜਦੋਂ ਇਹ ਸਾਰੀ ਵਿਚਾਰ ਸਮਝਾਈ ਹੈ, ਤੋਹੇ ਗੁਰੂ ਇਹ ਮਾਨਕ ਚੰਦ। ਕਹਿਣ ਲੱਗੇ ਕਿ ਮਾਈ ਦਾਸ ਮੇਰਾ ਉਸਤਾਦ ਅੱਜ ਤੋਂ ਇਹ ਮਾਨਕ ਚੰਦ, ਇਸ ਦੇ ਕੋਲ ਰਹਿਣਾ, ਇਸ ਤੋਂ ਤੂੰ ਗੁਰਮੁਖੀ ਦਾ ਗਿਆਨ ਪ੍ਰਾਪਤ ਕਰਨਾ ਹੈ। ਤਿਲਕ ਗੁਰਮੁਖੀ ਮਸਤਕ ਲਾਏ। ਉਸ ਵਕਤ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਦੋਵੇਂ ਪਿਆਰੇ ਨੇ ਤੇ ਸਾਧ ਸੰਗਤ ਜੀ ਜਿਸ ਵੇਲੇ ਮਾਈ ਦਾਸ ਨੂੰ ਕਿਹਾ, ਮਾਈ ਦਾਸ ਨੇ ਬੜੇ ਪ੍ਰੇਮ ਦੇ ਨਾਲ ਕਿਹਾ ਕਿ ਠੀਕ ਹੈ, ਮੈਂ ਅੱਜ ਤੋਂ ਬਾਅਦ ਭਾਈ ਮਾਨਕ ਚੰਦ ਤੋਂ ਇਹ ਗਿਆਨ ਪ੍ਰਾਪਤ ਕਰਾਂਗਾ। ਸੇਲੀ ਦਏ ਕਰੋ ਸਿੱਖ ਸੰਗਤ। ਉਸ ਵੇਲੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹਨਾਂ ਦੋਹਾਂ ਹੀ ਪਿਆਰਿਆਂ ਨੂੰ ਸਤਿਗੁਰੂ ਜੀ ਨੇ ਬੜਾਈਆਂ ਬਖਸ਼ਿਸ਼ ਕੀਤੀਆਂ ਤੇ ਨਾਲ ਹੀ ਕਿਹਾ, ਜਿੱਥੇ ਤੁਸੀਂ ਪਰਮਾਤਮਾ ਦੀ ਆਰਾਧਨਾ ਕਰਨੀ ਹੈ ਉੱਥੇ ਸਤ ਸੰਗਤ ਤੁਸੀਂ ਜ਼ਰੂਰ ਕਰਨੀ ਹੈ। ਸਤ ਨਾਮ ਜਪਿਆ ਮਿਲ ਪੰਗਤ। ਸਤਿਗੁਰੂ ਜੀ ਨੇ ਕਿਹਾ ਸਤ ਨਾਮ ਦਾ ਤੁਸੀਂ ਜਾਪ ਵੀ ਕਰਨਾ ਹੈ ਤੇ ਨਾਲ ਪੰਗਤ ਦੀ ਮਰਿਆਦਾ ਨੂੰ ਵੀ ਕਾਇਮ ਰੱਖਣਾ ਹੈ। ਭਾਵ ਜਿੱਥੇ ਵੀ ਤੁਸੀਂ ਰਹੋ ਨਾ, ਲੋੜਵੰਦਾਂ ਨੂੰ ਜਾਣ ਕੇ, ਭਾਵ ਕਿਸੇ ਨੂੰ ਲੋੜਵੰਦ ਜਾਣ ਕੇ ਨਾ ਉਸ ਨੂੰ ਪ੍ਰਸ਼ਾਦਾ ਪਾਣੀ ਜ਼ਰੂਰ ਛਕਾਉਣਾ ਹੈ। ਸੰਗਿਆ ਭਗਤਨ ਕੀ ਤੁਮ ਹੋਈ। ਸਤਿਗੁਰੂ ਜੀ ਕਹਿਣ ਲੱਗੇ ਪਰਮਾਤਮਾ ਦੀ ਤੁਹਾਡੇ ਤੇ ਅਪਾਰ ਬਖਸ਼ਿਸ਼ ਹੋਵੇਗੀ ਕਿ ਤੁਹਾਡੀ ਗਿਣਤੀ ਪਰਮਾਤਮਾ ਦੇ ਪਿਆਰਿਆਂ ਵਿੱਚ ਆ ਜਾਵੇਗੀ। ਜਗ ਸੰਤਾਪ ਬਿਨਾ ਸੋ ਜੋਈ। ਸਤਿਗੁਰੂ ਜੀ ਕਿਰਪਾ ਕਰਨਗੇ, ਆਪ ਜੀ ਦੇ ਸਾਰੇ ਸੰਤਾਪ ਦੁੱਖ ਸਤਿਗੁਰੂ ਜੀ ਕਿਰਪਾ ਕਰਕੇ ਦੂਰ ਕਰ ਦੇਣਗੇ। ਤੁਮ ਅਬ ਆਪਣੇ ਗ੍ਰਹਿ ਕੋ ਜਾਵੋ। ਸਤਿਗੁਰੂ ਜੀ ਭਾਈ ਮਾਈ ਦਾਸ ਤੇ ਮਾਨਕ ਚੰਦ ਨੂੰ ਕਹਿਣ ਲੱਗੇ, ਹੁਣ ਤੁਸੀਂ ਇਥੋਂ ਆਪਣੇ ਘਰੇ ਚਲੇ ਜਾਓ। ਸਤ ਨਾਮ ਕੋ ਜਾਪ ਜਪਾਵੋ। ਕਹਿਣ ਲੱਗੇ ਜਿੱਥੇ ਆਪ ਤੁਸੀਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜਨਾ ਨਾ, ਉੱਥੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਹੈ। ਗੁਰਮੁਖ ਮਾਰਗ ਕਰੋ ਪ੍ਰਕਾਸ਼। ਸਤਿਗੁਰੂ ਜੀ ਕਹਿੰਦੇ ਗੁਰਮੁਖਾਂ ਵਾਲਾ ਆਪਣਾ ਜੀਵਨ ਬਣਾ ਲੈਣਾ, ਨਿਰੰਕਾਰ ਦੇ ਚਰਨਾਂ ਦੇ ਨਾਲ ਭਾਵਨਾ ਸਹਿਤ ਜੁੜਨਾ ਹੈ। ਜਹ ਕਹਿ ਹੋਵੇ ਭਗਤ ਨਿਵਾਸ। ਸਤਿਗੁਰੂ ਜੀ ਕਹਿਣ ਲੱਗੇ ਪਰਮਾਤਮਾ ਕਿਰਪਾ ਕਰੇਗਾ, ਜਿਸ ਘਰ ਵਿੱਚ ਰਹਿ ਕੇ ਤੁਸੀਂ ਨਿਰੰਕਾਰ ਦੀ ਚਰਨਾਂ ਦੇ ਨਾਲ ਜੁੜੋਗੇ ਨਾ, ਉਹੀ ਘਰ ਪਰਮਾਤਮਾ ਦਾ ਵਾਸਾ ਬਣ ਜਾਵੇਗਾ। ਉਸ ਘਰ ਵਿੱਚ ਨਿਰੰਕਾਰ ਆਪ ਵਸੇਗਾ। ਸੁਨ ਮੁਦ ਮਾਈ ਦਾਸ ਵਿਸਾਲ। ਜਿਸ ਵੇਲੇ ਹੁਣ ਮਾਈ ਦਾਸ ਨੇ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਸੁਣਿਆ ਹੈ, ਮਾਨਕ ਕੇ ਪਾਇਨ ਤਤਕਾਲ। ਉਸ ਵੇਲੇ ਸਾਧ ਸੰਗਤ ਜੀ ਭਾਈ ਮਾਨਕ ਚੰਦ ਦੇ ਚਰਨਾਂ ਦੇ ਉੱਤੇ ਮਾਈ ਦਾਸ ਨੇ ਨਮਸਕਾਰ ਕੀਤੀ ਹੈ। ਨਮਸਕਾਰ ਕਰ ਹੋਇਓ ਸੰਗ। ਨਮਸਕਾਰ ਕਰਕੇ ਭਾਈ ਮਾਈ ਦਾਸ ਭਾਈ ਮਾਨਕ ਚੰਦ ਦੇ ਨਾਲ ਹੀ ਚੱਲ ਪਿਆ। ਦੋਨੋਂ ਪ੍ਰਾਪਤ ਆਨੰਦ ਅਭੰਗ। ਅਤੇ ਦੋਵੇਂ ਹੀ ਹੁਣ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਆਨੰਦ ਪ੍ਰਾਪਤ ਕਰਦੇ ਹਨ। ਭੁਗਤ ਮੁਕਤ ਪ੍ਰਾਪਤ ਕਰ ਮਾਹੀ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਦੋਵਾਂ ਨੂੰ ਭੁਗਤ ਤੇ ਮੁਕਤ ਸਤਿਗੁਰੂ ਜੀ ਨੇ ਦੋਵੇਂ ਬਖਸ਼ਿਸ਼ ਕੀਤੀ। ਦੁਨਿਆਵੀ ਪਦਾਰਥਾਂ ਦੀ ਵੀ ਸਤਿਗੁਰੂ ਜੀ ਨੇ ਘਾਟ ਨਹੀਂ ਰਹਿਣ ਦਿੱਤੀ ਤੇ ਉਹਨਾਂ ਦਾ ਸੰਸਾਰ ਤੇ ਆਇਆ ਵੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਫਲ ਬਣਾ ਦਿੱਤਾ ਹੈ। ਗੁਰ ਤੇ ਕੁਛ ਅਚਰਜ ਇਹ ਨਾਹੀ। ਕਹਿਣ ਲੱਗੇ ਕਿ ਸਤਿਗੁਰੂ ਜੀ ਦੇ ਵਿੱਚ ਇਹ ਵੱਡੀ ਵਡਿਆਈ ਹੈ, ਇਸ ਵਿੱਚ ਹੈਰਾਨ ਕਰਨ ਵਾਲੀ ਕੋਈ ਗੱਲ ਨਹੀਂ। ਸਤਿਗੁਰੂ ਜੀ ਆਪਣੇ ਪਿਆਰਿਆਂ ਨੂੰ ਸਦਾ ਹੀ ਬਖਸ਼ਿਸ਼ਾਂ ਵਰਸਾਉਂਦੇ ਹਨ। ਗੁਰ ਜੀ ਲਾਗੋਨੋ ਤਬ ਹੋਏ। ਦੋਵੇਂ ਸਤਿਗੁਰੂ ਜੀ ਦੇ ਚੰਗੇ ਸੇਵਕ ਬਣ ਜਾਂਦੇ ਹਨ। ਪਦ ਸ਼੍ਰੀ ਅਮਰ ਪਰਤ ਪੇ ਸੋਏ। ਦੋਵੇਂ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਬੇਨਤੀਆਂ ਕਰਦੇ ਹਨ। ਕਰ ਬਹੁ ਪ੍ਰੇਮ ਬਿਨਾ ਬਹੁ ਠਾਨੀ। ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਇਹ ਸਤਿਗੁਰ ਆਪਦਾ ਸਭ ਹਾਨੀ। ਬੇਨਤੀ ਕਰਦੇ ਗੁਰੂ ਅਮਰਦਾਸ ਜੀ ਕਿਰਪਾ ਕਰਕੇ ਸਾਡੇ ਸਾਰੇ ਦੁੱਖ ਦੂਰ ਕਰ ਦਵੋ। ਦੋਨੋਂ ਗਮਨ ਕੀਨ ਤਤਕਾਲੇ। ਇਸ ਤਰ੍ਹਾਂ ਬੇਨਤੀ ਕਰਕੇ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਤਤਕਾਲ ਹੀ ਭਾਵ ਉਸੇ ਵੇਲੇ ਹੀ ਇਹ ਦੋਵੇਂ ਆਪਣੇ ਨਗਰ ਨੂੰ ਚੱਲ ਪਏ ਹਨ। ਸਦਰ ਆਪਣੇ ਬਸੇ ਸੁਖਾਲੇ। ਅਤੇ ਸਤਿਗੁਰੂ ਜੀ ਦੀ ਆਗਿਆ ਦੇ ਨਾਲ ਇਹ ਜਦੋਂ ਘਰ ਪਹੁੰਚੇ, ਬੜਾ ਹੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਸੁਖ ਪ੍ਰਾਪਤ ਕਰਦੇ ਹਨ। ਸਤਿ ਨਾਮ ਬਹੁ ਨਰ ਉਪਦੇਸ਼ਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਜੋ ਇਹਨਾਂ ਨੂੰ ਸਤਿਗੁਰੂ ਜੀ ਨੇ ਉਪਦੇਸ਼ ਕੀਤਾ। ਪੰਜਾਬ ਦੇ ਵਿੱਚ ਸਾਧ ਸੰਗਤ ਜੀ ਇੱਕ ਨਗਰ ਹੈ ਬੈਰੋਵਾਲ, ਜਿੱਥੋਂ ਦੇ ਰਹਿਣ ਵਾਲੇ ਇਹ ਦੋਵੇਂ ਗੁਰਸਿੱਖ ਪਿਆਰੇ ਸਨ।
ਜਿਸ ਵੇਲੇ ਨਗਰ ਦੇ ਵਿੱਚ ਪਹੁੰਚੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬੜਾ ਆਨੰਦ ਪ੍ਰਾਪਤ ਕਰਦੇ ਹਨ। ਸਿੱਖੀ ਕੋ ਵਿਸਤਾਰ ਵਿਸ਼ਕਾ, ਇਹਨਾਂ ਨੇ ਜਾ ਕੇ ਬਹੁਤ ਸਾਰਾ ਗੁਰਸਿੱਖੀ ਦਾ ਪ੍ਰਚਾਰ ਆਪਣੇ ਇਲਾਕੇ ਵਿੱਚ ਕੀਤਾ ਹੈ। ਬਚਨ ਕਹਿਓ ਤਤ ਛਿਨਪੁਰ ਜਾਵੈ, ਸਤਿਗੁਰੂ ਜੀ ਨੇ ਕਿਰਪਾ ਕੀਤੀ। ਜਿਸ ਵੇਲੇ ਇਹ ਗੁਰੂ ਦੇ ਚਰਨਾਂ ਦੇ ਵਿੱਚੋਂ ਆਗਿਆ ਲੈ ਕੇ ਗਏ, ਬੜੀ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਇਹ ਆਰਾਧਨਾ ਕਰਦੇ ਰਹੇ ਹਨ। ਲੋਕ ਅਨੇਕ ਪੂਜਦੇ ਆਵੈ, ਇਸ ਤਰ੍ਹਾਂ ਜਿਹੜੇ ਆਲੇ ਦੁਆਲੇ ਦੇ ਲੋਕ ਸਨ ਉਹ ਵੀ ਇਹਨਾਂ ਦਾ ਸਤਿਕਾਰ ਕਰਨ ਲੱਗੇ ਹਨ। ਜੋ ਜਾ ਕੇ ਇਨਕੇ ਟਿਕ ਆਏ, ਜਿਸ ਵੇਲੇ ਵਿਸਾਖੀ ਦਾ ਸਮਾਂ ਆਉਂਦਾ, ਕਿਉਂਕਿ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਕਲਗੀਧਰ ਪਿਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਪਰ ਸਿੱਖ ਧਰਮ ਦੇ ਵਿੱਚ ਵਿਸਾਖੀ ਦਾ ਦਿਹਾੜਾ ਮਨਾਉਣ ਦੀ ਅਰੰਭਤਾ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਆਰੰਭ ਹੋ ਗਈ। ਜਿਸ ਵੇਲੇ ਵਿਸਾਖੀ ਦਾ ਦਿਨ ਆਉਂਦਾ ਨਾ, ਇਹ ਦੋਵੇਂ ਹੀ ਗੁਰਸਿੱਖ ਪਿਆਰੇ ਭਾਈ ਮਾਈ ਦਾਸ ਜੀ, ਭਾਈ ਮਾਨਕ ਚੰਦ ਜੀ ਬਹੁਤ ਸਾਰੀ ਸੰਗਤ ਨੂੰ ਲੈ ਕੇ ਗੋਇੰਦਵਾਲ ਸਾਹਿਬ ਪਹੁੰਚਦੇ ਹਨ। ਜਦ ਆਵੇ ਸਤਿਗੁਰ ਟਿਕ ਤਬੈ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਿਸ ਵੇਲੇ ਹੁੰਦੇ, ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਦਰਸ਼ਨ ਕਰ ਨਿਜ ਬਿਨੇ ਸੁਨਾਵੇ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਉਂਦੇ, ਸਤਿਗੁਰੂ ਜੀ ਦੇ ਚਰਨਾਂ 'ਚ ਆ ਕੇ ਦਰਸ਼ਨ ਦੀਦਾਰ ਕਰਦੇ, ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ, ਮਨ ਜਿਸੇ ਫਲ ਪ੍ਰਾਪਤ ਕਰਦੇ ਹਨ। ਇਹ ਸਤਿਗੁਰੂ ਜੀ ਦੇ ਘਰ ਦੀ ਵੱਡੀ ਵਡਿਆਈ ਹੈ। ਦਰਸ਼ਨ ਕਰ ਨਿਜ ਬਿਨੇ ਸੁਨਾਵੇ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜਦੋਂ ਘਰੇ ਪਹੁੰਚ ਜਾਂਦੇ ਹਨ, ਬਾਹਰ ਆਪਣੇ ਗ੍ਰਹਿ ਕੋ ਜਾਵੇ। ਇਸ ਤਰ੍ਹਾਂ ਆ ਕੇ ਆਪਣੇ ਫਿਰ ਕਾਰ ਵਿਹਾਰ ਦੇ ਵਿੱਚ ਲੱਗ ਜਾਂਦੇ, ਜਿੱਥੇ ਕਾਰਜ ਕਰਦੇ ਉੱਥੇ ਨਿਰੰਕਾਰ ਦੇ ਚਰਨਾਂ ਦੇ ਨਾਲ ਵੀ ਜੁੜਦੇ ਹਨ। ਭਾਵੇਂ ਜਗਤ ਮੈਂ ਵੱਡ ਵਡਿਆਈ, ਇਸ ਤਰ੍ਹਾਂ ਜਗਤ ਦੇ ਵਿੱਚ ਵੱਡੀ ਵਡਿਆਈ ਇਹਨਾਂ ਨੇ ਪ੍ਰਾਪਤ ਕੀਤੀ ਹੈ। ਅਖੀਰਲੇ ਸਮੇਂ ਤੱਕ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਇਹਨਾਂ ਨੇ ਆਨੰਦ ਪ੍ਰਾਪਤ ਕੀਤਾ ਹੈ। ਕਰੇ ਕਿਰਪਾਲ ਸਿੱਖੇ ਪੰਥ ਪ੍ਰਸਿੱਧ ਹਿਤ, ਜਿਸ ਵੇਲੇ ਅਕਾਲ ਪੁਰਖ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ ਨਾ, ਉਸ ਵੇਲੇ ਗੁਰਸਿੱਖ ਪਿਆਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੋ ਜਾਂਦੇ ਨੇ। ਸੰਸਾਰ ਦੇ ਵਿੱਚ ਉਸ ਵੇਲੇ ਗੁਰਸਿੱਖ ਪਿਆਰੇ ਮਾਣ ਪ੍ਰਾਪਤ ਕਰਦੇ ਨੇ। ਇਹ ਸੋਰਠੇ ਦੀ ਚਾਲ ਹੈ ਤੇ ਸਾਧ ਸੰਗਤ ਜੀ, ਸੋਰਠੇ ਦਾ ਅਰਥ ਹੁੰਦਾ ਕਿ ਸੋ ਰੱਥ ਦੋਹਾਂ ਪਾਸਾਂ ਤੋਂ ਜਿਸ ਦੇ ਅਰਥ ਨਿਕਲ ਜਾਂਦੇ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸ ਸੋਰਠੇ ਦੇ ਵਿੱਚ। ਸਤਿਗੁਰੂ ਜੀ ਕਹਿਣ ਲੱਗੇ, ਜਿਹੜੇ ਗੁਰਸਿੱਖ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ, ਸੰਸਾਰ ਵਿੱਚ ਉਹਨਾਂ ਦੀ ਪ੍ਰਸਿੱਧੀ ਹੁੰਦੀ ਹੈ। ਸੇਵਕ ਹੋਤ ਨਿਹਾਲ ਪਾਰ ਬ੍ਰਹਮ ਗੁਰ ਪ੍ਰੇਮ ਚਿਤ, ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਜਦੋਂ ਹਿਰਦੇ ਵਿੱਚ ਨਾਮ ਵਸ ਜਾਂਦਾ, ਉਸ ਵੇਲੇ ਗੁਰਸਿੱਖ ਨਿਹਾਲ ਹੋ ਜਾਂਦੇ ਨੇ। ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਜੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਪਾਵਨ ਇਤਿਹਾਸ ਦੀ ਵਿਚਾਰ ਚੱਲ ਰਹੀ, ਅੱਜ ਦੇ ਪ੍ਰਸੰਗ ਵਿੱਚ ਅਸੀਂ ਸ਼੍ਰਵਣ ਕੀਤਾ। ਭਾਈ ਮਾਨਕ ਚੰਦ ਨੇ ਬੌੜੀ ਦਾ ਇਹ ਕੜ ਤੋੜਿਆ। ਉਸ ਤੋਂ ਬਾਅਦ ਵਿੱਚ ਭਾਈ ਮਾਈ ਦਾਸ ਭਾਈ ਮਾਨਕ ਚੰਦ ਦੇ ਨਾਲ ਰਲ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਹੀ ਸੰਗਤ ਦੀ ਸਤਿਗੁਰੂ ਜੀ ਹਾਜ਼ਰੀ ਦਾ ਪ੍ਰਵਾਨ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਵਿਚਾਰਾਂ ਕਰਦੇ ਹਾਂ, ਬਹੁਤ ਗਲਤੀਆਂ ਹੋ ਗਈਆਂ। ਗੁਰੂ ਸਾਹਿਬ ਆਪ ਸੰਗਤ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਨੂੰ ਚਰਨਾਂ ਦੇ ਨਾਲ ਜੋੜ ਲੈਣ ਜੀ। ਬਖਸ਼ਿਸ਼ ਕਰੇ ਕਿਰਪਾਲ ਸਿੱਖੀ ਪੰਥ ਪ੍ਰਸਿੱਧ ਹਿਤ, ਸੇਵਕ ਹੋਤ ਨਿਹਾਲ ਪਾਰ ਬ੍ਰਹਮ ਗੁਰ ਪ੍ਰੇਮ ਚਿਤ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, हे अच्युत हे पार ब्रह्म अबनासी अगनास, हे पूरन हे सर्वमय दुख भंजन गुणदास, हे संगी हे निरंकार, हे निर्गुण सब टेक, हे गोबिंद हे गुण निदान, जाके सदा बबेक, हे अपरंपर हर हरे है पी होवन हार, हे संत कै सदा संग निधारा